हेलो दोस्तों, सिद्धि पंजाब वेलकम्स यू ऑल। ਤੇ ਅੱਜ ਆਪਾਂ ਇਸ ਡਿਸਕਸ਼ਨ ਵਿੱਚ 10 ਤੋਂ 11 ਜਨਵਰੀ ਤੱਕ ਦੇ ਕਰੰਟ ਅਫੇਅਰਸ ਜਿਹੜੇ ਆ ਡਿਸਕਸ ਕਰਨ ਵਾਲੇ ਹਾਂ। ਠੀਕ ਹੈ ਜੀ, ਤਾਂ ਪਹਿਲਾਂ ਟੌਪਿਕਸ ਦੇਖ ਲੈਂਦੇ ਆ ਜਿਹੜੇ ਆਪਾਂ ਡਿਸਕਸ ਕਰਾਂਗੇ। ਇਹ 8 ਟੌਪਿਕਸ ਅੱਜ ਦੀ ਡਿਸਕਸ਼ਨ 'ਚ ਆਪਾਂ ਕਵਰ ਕਰਨ ਵਾਲੇ ਆ। ਦੇਖੋ ਨੰਬਰ ਆਫ ਟੌਪਿਕਸ ਅੱਜ ਜ਼ਿਆਦਾ ਨੇ ਤਾਂ ਥੋੜੀ ਡਿਸਕਸ਼ਨ ਜਿਹੜੀ ਹੈ ਲੰਬੀ ਹੋਵੇਗੀ, ਬਟ ਇਹ ਧਿਆਨ 'ਚ ਰੱਖੋ ਕਿ ਇਹ ਸਾਰੇ ਟੌਪਿਕਸ ਤੁਹਾਡੇ ਲਈ ਕਾਫੀ ਇੰਪੋਰਟੈਂਟ ਨੇ। ਤੇ ਅਗਰ ਤੁਸੀਂ ਅੱਜ ਇਹ ਕਵਰ ਕਰ ਲੈਂਦੇ ਹੋ, ਨਾਲ ਤੁਸੀਂ ਆਪਦੇ ਨੋਟਸ ਬਣਾ ਲੈਂਦੇ ਹੋ, ਤਾਂ ਤੁਹਾਨੂੰ ਅੱਗੇ ਜਾ ਕੇ ਇਹਨਾਂ ਟੌਪਿਕਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ। ਬਸ ਨੋਟਸ ਬਣਾ ਲਓ, ਡਿਸਕਸ਼ਨ ਸੁਣੋ, ਨੋਟਸ ਬਣਾਓ ਤੇ ਉਹਨਾਂ ਨੂੰ ਰਿਵਾਈਜ਼ ਕਰਦੇ ਰਹੋ। ਤੁਹਾਡੀ ਤਿਆਰੀ ਜਿਹੜੀ ਹੈ ਪੱਕੀ ਹੋ ਜਾਣੀ ਹੈ। ਠੀਕ ਹੈ, ਤਾਂ ਪਹਿਲਾ ਟੌਪਿਕ ਦੇਖ ਲੈਂਦੇ ਹਾਂ। ਡਰੱਗ ਅਬਿਊਜ਼ ਬਹੁਤ ਇੰਪੋਰਟੈਂਟ ਪ੍ਰੋਬਲਮ ਪੰਜਾਬ ਲਈ। ਤੁਸੀਂ ਕੋਈ ਵੀ ਪੰਜਾਬ ਦਾ ਐਗਜ਼ਾਮ ਪ੍ਰਿਪੇਅਰ ਕਰ ਰਹੇ ਹੋ, ਡਰੱਗ ਐਡਿਕਸ਼ਨ ਤੇ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਹੈ, ਤਾਂ ਉਹਦੇ ਬਾਰੇ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। दूसरा टॉपिक नैशनल कमीशन ऑन माइनॉरिटीज़, MCQ टाइप क्वेश्चंस ਲਈ ਪ੍ਰੀਲਿਮਸ ਲਈ ਬਹੁਤ ਇੰਪੋਰਟੈਂਟ। ਜੁਡੀਸ਼ੀਅਲ ਰਿਪਰੈਜ਼ੈਂਟੇਸ਼ਨ, ਇਹ ਤੇ ਕੁਝ ਇੰਪੋਰਟੈਂਟ ਡਾਟਾ ਆਇਆ ਹੈ ਜਿਹੜਾ ਆਪਾਂ ਆਨਸਰਸ 'ਚ ਯੂਜ਼ ਕਰ ਸਕਦੇ ਹਾਂ, ਤਾਂ ਇਹਨੂੰ ਵੀ ਡਿਸਕਸ ਕਰਾਂਗੇ। ਉਸ ਤੋਂ ਬਾਅਦ ਇੰਡੀਅਨ ਡਾਇਸਪੋਰਾ, ਅਗੇਨ ਬਹੁਤ ਇੰਪੋਰਟੈਂਟ ਪਾਰਟ ਤੁਹਾਡੇ GS2 ਇੰਟਰਨੈਸ਼ਨਲ ਰਿਲੇਸ਼ਨਸ ਵਾਲੇ ਪਾਰਟ ਲਈ। ਪ੍ਰਵਾਸੀ ਭਾਰਤੀय ਦਿਵਸ ਜਿਹੜਾ ਇਹ ਚੱਲ ਰਿਹਾ ਹੈ, ਆਪਾਂ ਪਿਛਲੀ ਡਿਸਕਸ਼ਨ 'ਚ ਡਿਸਕਸ ਕੀਤਾ ਸੀ। 9 ਤੋਂ ਲੈ ਕੇ 11 3 ਦਿਨਾਂ ਤੱਕ ਇਹ ਦਿਵਸ ਜਿਹੜਾ ਚੱਲਣਾ ਹੈ, ਉਸ ਨਾਲ ਰਿਲੇਟਡ ਹੀ ਇੰਡੀਅਨ ਡਾਇਸਪੋਰਾ ਦੇ ਬਾਰੇ ਬਹੁਤ ਅੱਛਾ ਆਰਟੀਕਲ ਆਇਆ ਹੈ। ਤੁਹਾਡੇ ਲਈ ਮੈਂ ਸਾਰਾ ਕੰਟੈਂਟ ਇਸ 'ਚ ਡਿਸਕਸ਼ਨ 'ਚ ਪ੍ਰੈਜ਼ੈਂਟ ਕੀਤਾ ਹੈ। ਨੈਕਸਟ ਟੌਪਿਕ, ਠੰਡ ਬਹੁਤ ਹੋ ਰਹੀ ਹੈ ਪੰਜਾਬ 'ਚ, ਤੁਹਾਨੇ ਸਭ ਨੇ ਦੇਖਿਆ ਹੀ ਹੈ। ਤਾਂ ਇਹ ਕਾਹਦੇ ਕਰਕੇ ਹੋ ਰਹੀ ਹੈ? ਕੋਲਡ ਵੇਵ ਚੱਲ ਰਹੀ ਹੈ, ਸ਼ੀਤ ਲਹਿਰ ਚੱਲ ਰਹੀ ਹੈ ਪੰਜਾਬ 'ਚ, ਉਹਦੇ ਕਰਕੇ ਹੋ ਰਿਹਾ ਹੈ। ਤਾਂ ਇਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ। ਜੀਓਗ੍ਰਾਫੀ 'ਚ ਤੇ ਕੁਐਸਚਨ ਆਣਾ ਕਾਫੀ ਪੋਸੀਬਲ ਹੈ। ਦੈਨ ਨੈਕਸਟ ਟੌਪਿਕ, ਜੋਸ਼ੀਮਠ ਲੈਂਡ ਸਬਸਿਡੈਂਸ। ਤੁਸੀਂ ਦੇਖ ਹੀ ਰਹੇ ਹੋ ਉੱਤਰਾਖੰਡ 'ਚ ਇਹ ਰੀਸੈਂਟ ਡਿਜ਼ਾਸਟਰ, ਜਿਹਨੂੰ ਕਿ ਸਾਇਲੈਂਟ ਡਿਜ਼ਾਸਟਰ ਵੀ ਕਿਹਾ ਜਾ ਰਿਹਾ ਹੈ, ਇਹ ਸਾਹਮਣੇ ਆਇਆ ਹੈ। ਤਾਂ ਇਹ ਸਭ ਦੇਖਾਂਗੇ ਆਪਾਂ ਕਿ ਹੋ ਕੀ ਰਿਹਾ ਹੈ, ਇਸ਼ੂ ਕਿਆ ਹੈ, ਕਿਆ ਕਾਰਨ ਨੇ। ਠੀਕ ਹੈ, ਨੈਕਸਟ ਟੌਪਿਕ, ਪ੍ਰਿਥਵੀ ਮਿਸਾਈਲ ਲਾਂਚ। ਇੰਪੋਰਟੈਂਟ ਮਿਸਾਈਲ ਕਰੰਟ ਅਫੇਅਰਸ ਦਾ ਬਹੁਤ ਇੰਪੋਰਟੈਂਟ ਪਾਰਟ ਹੈ। ਸਾਇੰਸ ਐਂਡ ਟੈਕਨੋਲੋਜੀ 'ਚ ਪੁੱਛਿਆ ਜਾ ਸਕਦਾ ਹੈ ਪ੍ਰੀਲਿਮਸ 'ਚ, MCQ ਕੁਐਸਚਨਸ 'ਚ, ਤਾਂ ਇਹਦੀ ਵੀ ਪੂਰੀ ਡਿਟੇਲ ਕਰ ਲਵਾਂਗੇ। ਨੈਕਸਟ, ਮਾਗੀ ਮੇਲਾ, ਬੈਟਲ ਆਫ ਖਿਦਰਾਣਾ। ਇਹ ਬਹੁਤ ਹੀ ਇੰਪੋਰਟੈਂਟ ਹੈ ਪੰਜਾਬ ਹਿਸਟਰੀ ਦੇ ਪਰਸਪੈਕਟਿਵ ਤੋਂ, ਪੰਜਾਬ ਕਲਚਰ ਦੇ ਪਰਸਪੈਕਟਿਵ ਤੋਂ। ਆਲਰੇਡੀ ਆਪਾਂ 31 ਦਸੰਬਰ ਦੀ ਡਿਸਕਸ਼ਨ 'ਚ ਇਹਨੂੰ ਡਿਸਕਸ ਕਰ ਚੁੱਕੇ ਹਾਂ ਬਹੁਤ ਹੀ ਡਿਟੇਲ 'ਚ। ਉਹਦੀ PDF 'ਚ ਵੀ ਤੁਹਾਨੂੰ ਇਹਦੇ ਨੋਟਸ ਮਿਲ ਜਾਣਗੇ। ਤਾਂ ਇਹ ਅੱਜ ਆਪਾਂ ਡਿਸਕਸ ਨਹੀਂ ਕਰਾਂਗੇ, ਬਟ ਮੈਂ ਤੁਹਾਨੂੰ ਲਿੰਕ ਪ੍ਰੋਵਾਈਡ ਕਰ ਦੂੰਗੀ ਵੀਡੀਓ ਵਿੱਚ 31 ਦੀ ਵੀਡੀਓ ਦਾ, ਤਾਂ ਕਿ ਤੁਸੀਂ ਜਾ ਕੇ ਦੇਖ ਸਕੋ ਜਿਹੜੇ ਬੱਚਿਆਂ ਨੇ ਇਹ ਡਿਸਕਸ਼ਨ ਹਜੇ ਨਹੀਂ ਸੁਣੀ। ਠੀਕ ਹੈ ਜੀ, ਚਲੋ ਫਿਰ ਫਸਟ ਟੌਪਿਕ ਤੋਂ ਸ਼ੁਰੂ ਕਰਦੇ ਹਾਂ। ਧਿਆਨ ਨਾਲ ਸੁਣੋ, ਨੋਟਸ ਬਣਾਓ। that is what is required for this exam, that will sail you through this exam। ठीक है, चलो फिर फर्स्ट टॉपिक नाल शुरू करते हैं। पुलिस ने किया है कि इसने कुछ 10,000 ਦੇ ਅਰਾਊਂਡ ਡਰੱਗ ਸਮਗਲਰਸ ਪਕੜੇ ਨੇ। ਠੀਕ ਹੈ, ਤਾਂ ਆਪਣੇ ਲਈ ਦੇਖੋ GS1 ਪਰਸਪੈਕਟਿਵ ਤੋਂ ਤੁਹਾਡਾ ਸੋਸਾਇਟੀ, ਪੰਜਾਬ ਸੋਸਾਇਟੀ ਦੇ ਪਾਰਟ ਲਈ ਜਾਂ ਪੰਜਾਬ ਦੀ ਸਿਕਿਉਰਿਟੀ ਦੇ ਲਈ ਡਰੱਗਸ ਦੀ ਪ੍ਰੋਬਲਮ ਜਿਹੜੀ ਹੈ ਕਾਫੀ ਵੱਡੀ ਉਭਰ ਕੇ ਆ ਰਹੀ ਹੈ। ਠੀਕ ਹੈ, ਤਾਂ ਇਸੇ ਲਈ ਚਾਹੇ ਤੁਸੀਂ ਮੇਨਸ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਕਿਸੇ ਐਗਜ਼ਾਮ ਦੇ ਸਬਜੈਕਟਿਵ ਆਨਸਰਸ ਦੀ, ਚਾਹੇ ਤੁਸੀਂ ਇੰਟਰਵਿਊ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਪੰਜਾਬ ਨਾਲ ਰਿਲੇਟਡ, ਇਹ ਟੌਪਿਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਹਰ ਇੱਕ ਪਾਰਟ ਵਿੱਚ ਤੁਹਾਨੂੰ ਇਸ ਤੇ ਕੁਐਸਚਨ ਪੁੱਛੇ ਜਾ ਸਕਦੇ ਆ। ਠੀਕ ਹੈ, ਤਾਂ ਇਸੇ ਲਈ ਆਪਾਂ ਇਹ ਟੌਪਿਕ ਨੂੰ ਪਹਿਲਾਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਕੁਝ ਡਾਟਾ ਆਇਆ ਹੈ, ਇਹ ਇੰਪੋਰਟੈਂਟ ਡਾਟਾ ਹੈ, ਤੁਸੀਂ ਆਪਦੀ ਆਰਗੂਮੈਂਟਸ ਨੂੰ ਸਪੋਰਟ ਕਰਨ ਲਈ ਯੂਜ਼ ਕਰ ਸਕਦੇ ਹੋ। ਪਹਿਲਾ ਡਾਟਾ ਪੁਆਇੰਟ ਕੀ ਕਹਿੰਦਾ ਹੈ ਕਿ ਡਰੱਗ ਟ੍ਰੇਡ ਜਿਹੜਾ ਹੈ ਵਰਲਡ ਦਾ 3rd ਲਾਰਜੈਸਟ ਬਿਜ਼ਨਸ ਹੈ। ਠੀਕ ਹੈ, ਅਗਰ ਤੁਸੀਂ ਪੂਰੇ ਵਰਲਡ ਦੇ ਬਿਜ਼ਨਸਿਸ ਦੇਖੋ, ਸਭ ਤੋਂ ਪਹਿਲਾਂ ਪੈਟਰੋਲੀਅਮ ਦਾ ਟ੍ਰੇਡ ਹੁੰਦਾ ਹੈ, ਸਾਰਿਆਂ ਨਾਲ ਜ਼ਿਆਦਾ ਕੁਆਂਟੀਟੀ 'ਚ ਟ੍ਰੇਡ ਪੈਟਰੋਲੀਅਮ ਦਾ ਹੁੰਦਾ ਹੈ। ਫਿਰ ਆਰਮਸ, ਵੈਪਨਰੀ, ਡਿਫੈਂਸ ਇਕਵਿਪਮੈਂਟਸ ਜਿਹੜੇ ਵਗੈਰਾ ਹੈ ਤੁਹਾਡੇ, ਉਸ 'ਚ 2nd ਲਾਰਜੈਸਟ ਬਿਜ਼ਨਸ ਹੈ ਦੁਨੀਆ ਦਾ। ਤੇ 3rd ਲਾਰਜੈਸਟ ਬਿਜ਼ਨਸ ਦੁਨੀਆ ਦਾ ਕਿਆ ਹੈ? ਡਰੱਗ ਟ੍ਰੇਡ। ਠੀਕ ਹੈ, ਤਾਂ ਮਤਲਬ ਡਰੱਗ ਦੇਖੋ ਇੰਨੀ ਹਾਨੀਕਾਰਕ ਚੀਜ਼ ਹੈ ਤੇ ਇਹ ਦੁਨੀਆ 'ਚ ਇੰਨੀ ਜ਼ਿਆਦਾ ਵਿਕ ਰਹੀ ਹੈ। ਠੀਕ ਹੈ, ਪੂਰੀ ਦੁਨੀਆ ਵਿੱਚ ਲੋਕ ਇਹਦੇ ਲਈ, ਇਹਦੇ ਕਰਕੇ ਇੰਪੈਕਟਡ ਨੇ, ਤੇ ਪੰਜਾਬ ਸਾਡਾ ਜਿਹੜਾ ਹੈ ਉਹ ਵੀ ਕਾਫੀ ਜ਼ਿਆਦਾ ਇੰਪੈਕਟ ਹੋ ਰਿਹਾ ਹੈ। ਪੰਜਾਬ ਵਿੱਚ ਇਹਨੂੰ ਰੇਜਿੰਗ ਐਪੀਡੈਮਿਕ ਦਾ ਵੀ ਨਾਮ ਦਿੱਤਾ ਗਿਆ ਹੈ। ਇੱਕ ਹਾਨੀਕਾਰਕ ਬਿਮਾਰੀ ਦੀ ਤਰ੍ਹਾਂ ਇਹ ਪੂਰੇ ਪੰਜਾਬ ਵਿੱਚ ਫੈਲਿਆ ਹੋਇਆ ਹੈ। ਠੀਕ ਹੈ, ਇਹ ਜੀ ਟਰਮਸ ਜਿਹੜੀਆਂ ਲਿਖ ਕੇ ਰੱਖੋ, ਰੇਜਿੰਗ ਐਪੀਡੈਮਿਕ ਟਾਈਪਸ, ਇਹ ਤੁਸੀਂ ਆਪਦੇ ਆਨਸਰਸ 'ਚ ਲਿਖੋਗੇ ਨਾ, ਇਸ ਨਾਲ ਹੀ ਥੋੜ੍ਹਾ ਬਹੁਤ ਫਰਕ ਪੈਂਦਾ ਹੈ, ਜਿਹਦੇ ਨਾਲ ਤੁਹਾਨੂੰ ਅੱਛੇ ਮਾਰਕਸ ਮਿਲਦੇ ਹੈ ਜਦ ਇਹ ਜੇ ਕੀਵਰਡਸ ਲਿਖਦੇ ਹੋ, ਇਹ ਜੇ ਡਾਟਾ ਲਿਖਦੇ ਹੋ। ਠੀਕ ਹੈ, ਨੈਕਸਟ ਇੰਪੋਰਟੈਂਟ ਡਾਟਾ ਸੈੱਟ ਦੇਖੋ,
ਚੰਡੀਗੜ੍ਹ ਦੇ ਇੰਸਟੀਟਿਊਟ ਫॉर ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ ਆਫ ਕਮਿਊਨੀਕੇਸ਼ਨ ਨੇ 2014 ਚ ਇਹ ਡਾਟਾ ਦਿੱਤਾ ਸੀ ਕਿ ਅਗਰ ਤੁਸੀਂ ਪੰਜਾਬ ਚ ਦੇਖੋ, ਪੰਜਾਬ ਦੇ 66% ਸਕੂਲ ਸਟੂਡੈਂਟਸ ਜਿਹੜੇ ਨੇ ਉਹ ਕਿਸੇ ਫਾਰਮ ਚ ਡਰੱਗਸ ਜਾਂ ਗੁਟਕਾ ਜਾਂ ਤੰਬਾਕੂ ਜਿਹੜਾ ਹੈ ਯੂਜ਼ ਕਰ ਰਹੇ ਨੇ। ठीक है, तो ये सब हानिकारक पदार्थ ने तुसी देखो अपने 50% तो भी ज़्यादा 66 टू बी एग्जैक्ट स्टूडेंट्स, छोटे बच्चे ये सब सबस्टांसिस यूज़ कर रहे हैं। तो देखो अगर इन्नी छोटी उम्र च गुटखा टबाकू वगैरह यूज़ कर रहे हैं तो वड्डे हो के तो ये होर भी हानिकारक ड्रग्स, हेरोइन वगैरह, ओपीएम, होर जिन्ने भी ड्रग्स तुहानू पता है उन्हां वल जाणगे। इसीलिए ये डाटा बहुत कंसर्निंग है। ठीक है, अगर जेंडर वाइज डिवाइड देखिए तो हर तीजा मेल स्टूडेंट कंज्यूम कर रहा है गुटखा तंबाकू, तो हर 10th फीमेल स्टूडेंट ये गुटखा तंबाकू तुसी कह सकते हो कि कंज्यूम कर रहे हैं। तो यह बहुत ही कंसर्निंग डाटा है। ठीक है, नैक्सट डाटा सैट आप देखिए, यह बहुत ही इंपॉर्टेंट है, पेपर्स ये तुसी पक्का लिख के आना है। 2015 च देखो अपने चंडीगढ़ के PGIMR इंस्टीट्यूट ने एक स्टडी की सी जिहदा नाम है पंजाब ओपीएम डिपेंडेंसी सर्वे। पंजाब ओपीएम डिपेंडेंसी सर्वे जिहड़ा है पंजाब च किया गया सी, ते इस सर्वे के अकॉर्डिंग डाटा सामने आया है कि 2.3 लाख लोग एटलीस्ट पंजाब विच ड्रग डिपेंडेंट्स है। ठीक है, that makes almost 1.2% of Punjab's population। सेंसस अगर तुसी 2011 ਦਾ देखो, सेंसस 2011 ਦੇ अनुसार पंजाब ਦੀ टोटल पॉपुलेशन 2 करोड़ है, उस चो 1.2% लोग ਜਿਹੜੇ ਆ ड्रग डिपेंडेंट है। ठीक है, तुसी ओल्ड डाटा भी है देखो, ये अपने को अवेलेबल सारे नालों लेटेस्ट यही है, बट ये देखो 2015 ਵਿੱਚ पब्लिश होया सी। ਹੁਣ 7 साल इस 7 ਤੋਂ 8 साल तो भी ज़्यादा का टाइम हो गया है इस डाटा आए नू। हुण तुसी देखो कि यह नंबर कितना ज़्यादा वध चुकिया होना है। ठीक है, आंसर्स लिखण लई तुसी ये डाटा यूज़ करो, बहुत ही इंपॉर्टेंट ऑर्गेनाइजेशन का डाटा है। ठीक है, इनू याद करने की कोशिश करो। ठीक है, नैक्सट आ देखो तुहाडे सामने मैं केस स्टडी प्रेजेंट की है, ये भी न्यूज़पेपर च आई सी। छत्तीविंड तुसी देखो, एक पिंड है अपने पंजाब दा, अमृतसर दे नेड़े पैंदा है। इस च रैंपेंट स्प्रैड ऑफ ड्रग अब्यूज़ की प्रॉब्लम चल रही है। ईजीली ड्रग्स जेडे अवेलेबल है, पुलिस या अथॉरिटीज़ कुछ कर नहीं रही हैं रोकन लई, लोग जेडे है बहुत परेशान ने। ठीक है, ड्रग एडिक्शन बहुत बढ़ रही है इत्थे। लोग जो छड्डना भी चाहते ने वो नहीं छड्ड पा रहे क्योंकि ड्रग्स जो है वो बहुत ही ईजीली अवेलेबल ने। ठीक है, एडिक्शन नू खत्म करने लई एक काम तुसी करना है कि सप्लाई नू कंट्रोल करो कि ड्रग्स दी सप्लाई ही ना होवे। बट इत्थे देखो विदाउट एनी चैक्स, विदाउट एनी पुलिस मॉनिटरिंग ड्रग्स जेडे है ओपनली मिल रहे हैं। ठीक है, तो जस्ट एग्जाम्पल लिख के रखो, छत्तीविंड पिंड दी अमृतसर दे कोले है जिहड़ा, आपदे आंसर्स च तुसी ये मैंशन कर सकते हो जब तुसी ड्रग सिचुएशन पंजाब दी समझानी है। ठीक है जी, हुण नैक्सट आप डिस्कस करते हैं कि रीजनस क्या है कि इन्ना ज़्यादा ड्रग मैनांस पंजाब विच वध रहा है। सिर्फ पंजाब च नहीं, इंडिया दे विच इन्नी ड्रग्स की प्रॉब्लम वध क्यों रही है, उहदे डिफरेंट रीजनस आप डिस्कस करांगे। ठीक है, हुण सब तो पहला रीजन देखो, इस मैप च देखो लोकेशन, इंडिया की जो लोकेशन है सब तो पहला तो उही रिस्पोंसिबल है इन्ने ज़्यादा ड्रग मैनांस की। ठीक है, ये देखो तुहाडा ये तुहाडे सामने इंडिया है। इंडिया जिहड़ा है दो एहजे सैक्शनस दे विच लोकेटेड है जिहड़े कि ड्रग्स की मैन्युफैक्चरिंग लई, ड्रग्स की सप्लाई लई बहुत ज़्यादा फेमस ने। ठीक है, तो मतलब कि अगर तुसी इंडिया देखो, इंडिया की लोकेशन ये दो डेंजरस गोल्डन ट्रायंगल ते गोल्डन क्रीसेंट दे विच लोकेटेड है। ये दोनों ही एरियाज़ बहुत ज़्यादा प्रोडक्शन ते सप्लाई लई रिस्पोंसिबल है। पूरी दुनिया दी तुसी कह सकते हो दो लार्जेस्ट प्रोड्यूसर्स ते सप्लायर्स ने ड्रग दे। तो इसीलिए देखो इधरों गोल्डन क्रीसेंट तो तुहाडा पंजाब जिहड़ा है वो हाईली इफेक्ट हो रहा है क्योंकि सप्लाई ऑफ ड्रग्स इज़ वेरी हाई फ्रॉम दिस साइड। तो अगर तुसी इधरों गोल्डन ट्रायंगल की वजह तो देखो तो तुहाडे नॉर्थ ईस्ट दे यूथ जिहड़े है वो बहुत इंपैक्ट हो रहे हैं बिकॉज ऑफ दिस सप्लाई ऑफ ड्रग्स। ठीक है जी, मैनू लगता है कि थोड़ा वीडियो विच मैप जिहड़ा है कट्टिया गया, मैं तुहाडे लई मिनीमाइज़ कर दिंनी है इनू ताकि हुण तुसी क्लीयरली देख सको।
ठीक है। तो नॉर्थ ईस्ट इधरों अपना गोल्डन ट्रायंगल जिहड़ा है नॉर्थ ईस्ट नूं इंपैक्ट कर रहा है, गोल्डन क्रीसेंट जिहड़ा है ये अपनी पंजाब या नॉर्थ नदਰਨ पास स्टेट्स ऑफ इंडिया नूं इंपैक्ट कर रहा है। ठीक है, ये तुहाडे लई मैप जिहड़ा है काफ़ी इंपॉर्टेंट है। ये मैप नूं बनाओ, पेपर 'च भी तुसीं यूज़ करना है। जिस तरीके नाल मैं इत्थे डिस्पले किया है इस तरीके नाल तुसीं इहनूं बना सकते हो। ठीक है, तो सब तो पहला द लोकेशन ऑफ इंडिया, द लोकेशन ऑफ पंजाब इटसेल्फ इज़ वेरी मच रिस्पॉन्सिबल फॉर द ड्रग प्रॉब्लम दैट पंजाब इज़ विटनेसिंग। ठीक है जी, सारे नालों बड़ा रीजन अपना है लोकेशन जिहड़ी है पंजाब दी, वो इन्नी डेंजरस तुसीं कह सकते हो वलनरेबल पोजीशन ते जिहड़ा है पंजाब लोकेटेड है। ठीक है, ये फर्स्ट कारण हो गया। हुण आपां सैकेंड कारण देखते हैं, पॉपुलेटेड बॉर्डर। देखो पंजाब दा बॉर्डर जिहड़ा है पाकिस्तान नाल लगदा है, पाकिस्तान ही ये जिहड़ा है काफ़ी ड्रग्स जिहड़ा है पुश कर रहा है। हुण पंजाब च तुसीं देखो पॉपूलेशन भी बहुत रहिंदी है अपने बॉर्डर ते। ये ड्रग्स वगैरह अगर तुसीं राजस्थान वाली साइड देखो ना, उत्थे इन्नी प्रॉब्लम नहीं है। क्यों? क्योंकि पाकिस्तान दे नाल राजस्थान दे विच बहुत वड्डा डेजर्ट आ जाता है जिथे ज़्यादा लोकी रहिंदे नहीं है। बट तुसीं पंजाब देखो तो इत्थे काफ़ी ज़्यादा हैबिटेशन है। तो ये सीधा बॉर्डर तो समझ लो अगर थ्रो भी करते हैं तो इधरों कोई ना कोई बंदा इन्ना दा हुंदा है जिहड़ा कि ड्रग्स दी थैलियां नूं पैकेट्स नूं कैच कर लैंदा है तो फिर अगे जाके डिस्ट्रीब्यूट करता है। ठीक है, तो कहने का मतलब ये है कि राजस्थान वगैरह विच फिर भी पोटेंशियल नहीं है इन्ना ड्रग ट्रेड का, बट पंजाब दे विलेजेस जिहड़े है बॉर्डर विलेजेस है वो इन्ने पॉपूलेटेड है जिहदे करके होर भी वलनरेबिलिटी पंजाब दी वध जांदी है। ठीक है जी, तीजा वड्डा रीजन है इकनॉमिक स्ट्रैस। जिमें जिमें इकनॉमिक स्ट्रैस वध रहा है पंजाब विच, फार्मर्स नूं इन्नी कमाई नहीं हो रही, यूथ नूं इंप्लॉयमेंट नहीं मिल रही, तो स्ट्रैस दे विच टेंशनां दे विच वो है जी ड्रग जे पदार्थां नूं कंज्यूम करना शुरू करते हैं तो फिर एडिक्ट बन जाते हैं। ठीक है जी, चौथा वड्डा कारण है नैक्ससिस। नैक्सस मतलब देखो तुहाडे पॉलिटिशियंस हो गए, तुहाडे वड्डे वड्डे क्रिमिनल्स हो गए, तुहाडे ब्यूरोक्रेट्स ऑफिसर जिहड़े है पुलिस ऑफिसर्स IPS IAS जिहड़े भी है सारे इन्वॉल्व हुंदे हैं नैटवर्क च। काफ़ी सारी मनी इन्वॉल्व है, काफ़ी सारा उन्हां नूं पैसा मिलता है, इस सब च करप्शन काफ़ी ज़्यादा है। तो इन्ना नैक्सस करके ही प्रॉब्लम जिहड़ी है सॉल्व नहीं हुंदी। जिवें हुण आपां छत्तीविंड च देखिया पुलिस कुछ कर ही नहीं रही, रैंपेटली सप्लाई हो रही है, ओपनली ड्रग्स बिक रहे हैं, फिर भी पुलिस कुछ नहीं कर रही है ना। तो जब अपने रक्षक ही कुछ नहीं करेंगे तो ऑब्वियसली सॉल्यूशन निकल ही नहीं सकता। तो इसीलिए ये नैक्सस करके भी जिहड़ी पंजाब की कंडीशन काफ़ी खराब है। ठीक है जी, फिफ्थ मेजर कारण है सपोर्टिंग बॉन्ड्स। फैमिली जिहड़ी है वो नहीं सपोर्ट करती, अगर कोई ड्रग्स की प्रॉब्लम विच पै भी गया तो फैमिली उन्होंने हैल्प नहीं करन आंदी। मैंटल सपोर्ट दो, तुसी उन्होंने ड्रग एडिक्शन चों बाहर कड्ढण की कोशिश करो। यह जिहा सब भी हौली हौली जिहड़े अपने फैमिली वैल्यूज़, अपनी कल्चरल वैल्यूज़, अपना कनैक्ट जिहड़ा है वो घटदा जा रहा है। स्पैशली जिमें जिमें न्यूक्लीयर फैमिलीज़ वध रही हैं, अपना कनैक्ट अपने रिलेशनशिप वीक होंदे जा रहे हैं तो अपना सपोर्ट सिस्टम भी खत्म होंदा जा रहा है, जिहदे करके एडिक्शन होर ज़्यादा वध रही है, घटन दी जाए। ठीक है, ये मेन रीजनस ने, ये 6 रीजनस याद करने की कोशिश करो, आंसरस च तुहाडे काम आएंगे। राइट, हुण अगर ड्रग एडिक्शन वध रही है तो ये नाल की कंसर्नस सामने आ रही है, ये कॉन्सीक्वेंसिस क्या होणगे। ठीक है, देखो ये सब इकनॉमिक कॉन्सीक्वेंसिस भी है, सोसाइटी नूं ते भी ये इंपैक्ट पैणगे, तुहाडी सिक्योरिटी लई भी ये काफ़ी बड़ा इशू है। ठीक है, तो ये बहुत ही वाइड स्प्रैड इंपैक्ट्स ने। तुहाडा जिहड़ा डेमोग्राफिक डिविडेंट है, तुहाडी जिहड़ी यूथ पॉपूलेशन है, वो रादर दैन गेटिंग इन्वॉल्वड इन प्रोडक्टिव एक्टिविटीज़ इट इज़ गेटिंग इन्वॉल्वड इन दिस हार्मफुल एक्टिविटी। तो यूथ जिहड़ा है पंजाब दा आपदे आप नूं खत्म कर रहा है रादर दैन पंजाब नूं अगे वधाउण दे कंमां विच पैण दे लई। इसीलिए अपना डेमोग्राफिक डिविडेंड पंजाब दा जिहड़ा है वो सारा वॉश आउट हो रहा है एज अ रिजल्ट ऑफ दिस रैपिड एपिडेमिक, दिस रेजिंग एपिडेमिक दैट पंजाब इज़ विटनेसिंग। ठीक है जी, इसी तरीके नाल ये वर्ड्स वगैरह यूज़ करने हैं तुसी। सैकेंड, प्रोडक्टिविटी घट रही है। जिहड़ा बंदा ड्रग्स लैके काम करूगा भी मजबूरी च, ओदी प्रोडक्टिविटी ही क्या होगी। सारा दिन नशे च लोग पे रहंदे है रादर दैन कि क्विकली एफिशेंटली काम करन, प्रोडक्टिविटी बहुत घट हुंदी है, जिहदे करके तुहाडा जिहड़ा आउटपुट है वो घट ही रहेगा।
ਕਿਸੇ ਵੀ ਬਿਜ਼ਨਸ ਦਾ, ਕਿਸੇ ਵੀ ਇੰਡਸਟਰੀ ਦਾ, ਕਿਸੇ ਵੀ ਲੇਬਰ ਯੂਨਿਟ ਦਾ। ਠੀਕ ਹੈ ਜੀ। ਉਹ ਤੋਂ ਬਾਅਦ ਹੋਰ ਕਾਫੀ ਡਿਸੀਜ਼ਸ ਇਹਦੇ ਕਰਕੇ, ਏਡਜ਼, HIV, ਕਿਉਂਕਿ ਉਹ ਟੀਕੇ ਵਗੈਰਾ ਆਪਾਂ ਯੂਜ਼ ਕਰਦੇ ਹਾਂ ਡਰੱਗਸ ਵਗੈਰਾ ਲੈਣ ਲਈ, ਤਾਂ ਹੋਰ ਵੀ ਡਿਸੀਜ਼ਸ ਜਿਹੜੀਆਂ ਹੈ, ਸਪਲੀਮੈਂਟਰੀ ਡਿਸੀਜ਼ਸ ਜਿਹੜੀਆਂ ਪੰਜਾਬ ਵਿੱਚ ਵੱਧ ਰਹੀਆਂ ਹੈ। ਠੀਕ ਹੈ ਜੀ। ਜਦ ਇੰਨਾ ਡਰੱਗਸ ਦਾ ਇਸ਼ੂ ਹੋਊਗਾ, ਡਿਸੀਜ਼ਸ ਦਾ ਇਸ਼ੂ ਹੋਊਗਾ, ਮਤਲਬ ਪੰਜਾਬ ਦਾ ਹੈਲਥ ਬਰਡਨ ਵੀ ਵਧੇਗਾ। ਹੌਸਪਿਟਲਾਂ ਵਿੱਚ ਜਗ੍ਹਾ ਨਹੀਂ ਹੈ, ਰੀਹੈਬਲੀਟੇਸ਼ਨ ਸੈਂਟਰਸ 'ਚ ਜਗ੍ਹਾ ਨਹੀਂ ਹੈ ਪੰਜਾਬ ਦੇ ਇਹਨਾਂ ਯੂਥ ਦੀ ਪ੍ਰੋਬਲਮਸ ਨੂੰ ਸੋਲਵ ਕਰਨ ਲਈ। ਤਾਂ ਪੰਜਾਬ ਦਾ ਪੈਸਾ ਹੈਲਥ ਕੇਅਰ 'ਤੇ ਵੀ ਕਾਫੀ ਜ਼ਿਆਦਾ ਖਰਾਬ ਹੋ ਰਿਹਾ ਹੈ। ਹੈਲਥ ਬਰਡਨ ਜਿਹੜਾ ਹੈ ਹੌਲੀ ਹੌਲੀ ਕਰਕੇ ਹੋਰ ਵੱਧਦਾ ਜਾਏਗਾ। ਠੀਕ ਹੈ ਜੀ। ਨਾਓ ਸਭ ਤੋਂ ਵੱਡੀ ਇਸ਼ੂ ਸਿਕਿਉਰਿਟੀ ਪ੍ਰੋਬਲਮ, ਆਪਣਾ ਕ੍ਰਾਈਮ ਰੇਟ ਬਹੁਤ ਵੱਧ ਰਿਹਾ ਹੈ। ਤੁਸੀਂ ਦੇਖਦੇ ਹੀ ਹੋਵੋਗੇ ਕਿ ਪਿੰਡਾਂ ਵਿੱਚ ਜਾਂ ਛੋਟੇ ਜਗ੍ਹਾਵਾਂ 'ਤੇ ਤੁਸੀਂ ਦੇਖੋ ਅੱਜ ਕੱਲ੍ਹ ਚੋਰੀ ਚਕਾਰੀ ਦੇ ਕੇਸਿਸ, ਚੇਨ ਸਨੈਚਿੰਗ, ਘਰਾਂ ਦੇ ਵਿੱਚ ਲੁੱਟ-ਪਾਟ ਦੇ ਕੇਸਿਸ ਬਹੁਤ ਵੱਧ ਗਏ ਨੇ। ਠੀਕ ਹੈ। ਵਨ ਆਫ ਦਾ ਮੋਸਟ ਇੰਪੋਰਟੈਂਟ ਰੀਜ਼ਨ ਹੈ ਕਿ ਹਰ ਕੋਈ ਡਰੱਗ ਦੇ ਵਿੱਚ ਇੰਨਾ ਐਡਿਕਟਡ ਨੇ। ਸ਼ੁਰੂ 'ਚ ਤਾਂ ਪੈਸੇ ਹੁੰਦੇ ਹੈ, ਘਰ ਦੇ ਵੀ ਦਿੰਦੇ ਹੈ, ਬਟ ਧੀਰੇ ਧੀਰੇ ਸਮਝ ਆ ਜਾਂਦਾ ਕਿ ਇਹ ਨਸ਼ੇੜੀ ਹੈ ਬੰਦਾ, ਪੈਸੇ ਮਿਲਣੇ ਬੰਦ ਹੋ ਜਾਂਦੇ ਹੈ। ਹੁਣ ਐਡਿਕਸ਼ਨ ਨੂੰ ਤਾਂ ਕਿਵੇਂ ਫਾਈਟ ਕਰਨ, ਤਾਂ ਫਿਰ ਉਹ ਕੀ ਕਰਦੇ ਨੇ, ਪੈਸਾ ਲੈਣ ਲਈ ਕ੍ਰਾਈਮ ਨੂੰ ਅਡੋਪਟ ਕਰਦੇ ਨੇ। ਇਸੇ ਲਈ ਕ੍ਰਾਈਮ ਰੇਟ ਵੀ ਪੂਰੇ ਪੰਜਾਬ ਵਿੱਚ ਕਾਫੀ ਵੱਧ ਰਿਹਾ ਹੈ, ਸਪੈਸ਼ਲੀ ਚੋਰੀ ਚਕਾਰੀ ਨਾਲ ਰਿਲੇਟਡ। ਤਾਂ ਇਸੇ ਲਈ ਫਸਟ ਸਿਕਿਉਰਿਟੀ ਇਸ਼ੂ ਤਾਂ ਇਹ ਹੈ। ਦੂਸਰਾ ਤੁਸੀਂ ਦੇਖੋ ਇਹ ਡਰੱਗਸ ਵਗੈਰਾ ਹੈ, ਇਹ ਬਹੁਤ ਵੱਡਾ ਆਰਗੇਨਾਈਜ਼ਡ ਕ੍ਰਾਈਮ ਦਾ ਨੈਟਵਰਕ ਚੱਲਦਾ ਨੇ। ਇਸ 'ਚ ਟੈਰਰਿਸਟ ਇਨਵੋਲਵਡ ਹੁੰਦੇ ਨੇ, ਇਸ 'ਚ ਆਰਮਸ ਟਰੇਡਰਸ ਇਨਵੋਲਵਡ ਹੁੰਦੇ ਨੇ। ਠੀਕ ਹੈ। ਤਾਂ ਮਤਲਬ ਡਰੱਗ ਟਰੇਡ ਜਿਹੜਾ ਹੈ ਇਹ ਬਹੁਤ ਵੱਡੀ ਵੱਡੀ ਕ੍ਰਿਮੀਨਲ ਐਕਟੀਵਿਟੀਜ਼ ਨੂੰ ਵੀ ਬੜਾਵਾ ਦਿੰਦਾ ਹੈ। ਤਾਂ ਇਸੇ ਲਈ ਇਹ ਅਗੇਨ ਬਹੁਤ ਹੀ ਵੱਡਾ ਇਸ਼ੂ ਹੈ। ਠੀਕ ਹੈ ਜੀ। ਲਾਸਟ ਇਹਦਾ ਕੌਨਸੀਕੁਐਂਸ ਕੀ ਹੈ ਕਿ ਫੈਮਲੀਆਂ ਤੋੜੂਗਾ। ਨਸ਼ੇੜੀ ਪੁੱਤ, ਨਸ਼ੇੜੀ ਪਤੀ ਕਿਸੇ ਨੂੰ ਨਹੀਂ ਚਾਹੀਦਾ। ਠੀਕ ਹੈ। ਤਾਂ ਜਿੰਨਾ ਡਰੱਗ ਅਬਿਊਜ਼ ਵਧੂਗਾ, ਆਪਣਾ ਫੈਮਲੀ ਲਾਈਫ, ਆਪਣੀ ਸੋਸ਼ਲ ਲਾਈਫ ਜਿਹੜੀ ਹੈ ਪੰਜਾਬ 'ਚ ਲੋਕਾਂ ਦੀ ਡਿਸਟਰਬ ਹੁੰਦੀ ਜਾਏਗੀ। ਠੀਕ ਹੈ। ਤਾਂ ਇਹ ਸਾਰੇ ਇਸ਼ੂਜ਼, ਕੌਨਸੀਕੁਐਂਸਿਸ ਤੁਸੀਂ ਆਪਦੇ ਆਨਸਰਸ 'ਚ ਲਿਖ ਕੇ ਆਉਣੇ ਹੈ। ਤੁਹਾਨੂੰ ਇਹ ਬਹੁਤ ਜ਼ਰੂਰੀ ਪੁਆਇੰਟਸ ਨੇ, ਕਿਸੇ ਨੂੰ ਵੀ ਨਹੀਂ ਮਿਸ ਕਰਨਾ, ਤਾਂ ਕਿ ਆਪਾਂ ਓਵਰਆਲ ਆਪਦੇ ਆਨਸਰ ਵਿੱਚ ਕੰਪਰੀਹੈਂਸਿਵ ਕਵਰੇਜ ਰੱਖੀਏ। ਠੀਕ ਹੈ। ਨਾਓ ਹੁਣ ਲਾਸਟ 'ਤੇ ਆਪਾਂ ਕਰ ਲੈਂਦੇ ਹਾਂ ਕਿ ਤਰੀਕਾ ਕਿਆ ਹੈ ਇਸ ਪ੍ਰੋਬਲਮ ਤੋਂ ਬਾਹਰ ਨਿਕਲਣ ਦਾ, ਅੱਗੇ ਜਾ ਕੇ ਕਿਆ ਕੀਤਾ ਜਾ ਸਕਦਾ ਹੈ। ਤਾਂ ਬਰੋਡਲੀ ਆਪਣਾ ਵੇ ਫਾਰਵਰਡ ਹੈ, ਇਹ 3 ਸਟੈਪਸ 'ਚ ਡਿਵਾਈਡਡ ਹੈ। ਇਹ ਤਿੰਨੋਂ ਯਾਦ ਕਰਨੇ ਹੈ, ਬਹੁਤ ਇੰਪੋਰਟੈਂਟ ਹੈ ਡਰੱਗ ਨਾਲ ਰਿਲੇਟਡ। ਸਪਲਾਈ ਰਿਡਕਸ਼ਨ 'ਤੇ ਵਰਕ ਕਰਨਾ ਹੈ, ਡਿਮਾਂਡ ਰਿਡਕਸ਼ਨ 'ਤੇ ਵਰਕ ਕਰਨਾ ਹੈ, ਤੇ ਹਾਰਮ ਰਿਡਕਸ਼ਨ 'ਤੇ ਵਰਕ ਕਰਨਾ ਹੈ। ਠੀਕ ਹੈ ਜੀ। ਹੁਣ ਸਪਲਾਈ ਰਿਡਕਸ਼ਨ ਦਾ ਮਤਲਬ ਕਿਆ ਹੈ ਕਿ ਡਰੱਗਸ ਆਣ ਹੀ ਨਾ, ਡਰੱਗਸ ਲੋਕਾਂ ਤੱਕ ਪਹੁੰਚ ਹੀ ਨਾ ਪਾਉਣ, ਸਪਲਾਈ ਹੀ ਬਹੁਤ ਕੰਟਰੋਲਡ ਰਵੇ ਜਾਂ ਖਤਮ ਹੋ ਜਾਵੇ। ਠੀਕ ਹੈ। ਤਾਂ ਸਪਲਾਈ ਨੂੰ ਖਤਮ ਕਰਨ ਲਈ ਤੁਸੀਂ ਕਿਆ ਕਰੋਗੇ, ਆ ਤੁਹਾਡੇ ਬਾਰਡਰ ਤੋਂ ਆ ਰਹੀ ਹੈ, ਪਾਕਿਸਤਾਨ ਹੌਲੀ ਹੌਲੀ ਇੱਧਰ ਪੁਸ਼ ਕਰ ਰਿਹਾ ਹੈ। ਠੀਕ ਹੈ। ਕਦੀ ਡਰੋਨਸ ਨਾਲ ਸਿੱਟਦੇ ਨੇ, ਕਦੀ ਡਾਇਰੈਕਟ ਬਾਰਡਰ 'ਤੇ ਹੀ ਸਿੱਟ ਦਿੰਦੇ ਨੇਗੇ, ਹੈ ਨਾ। ਤਾਂ ਸਪਲਾਈ ਰਿਡਕਸ਼ਨ ਨੂੰ ਕਰਨ ਲਈ ਤੁਹਾਨੂੰ ਬਾਰਡਰ ਮੈਨੇਜਮੈਂਟ, ਬਾਰਡਰ ਸਿਕਿਉਰਿਟੀ, ਬਾਰਡਰ ਗਾਰਡਿੰਗ ਜਿਹੜੀ ਹੈ ਉਹ ਇੰਪਰੂਵ ਕਰਨੀ ਪੈਣੀ ਹੈ। ਡਰੋਨ ਟੈਕਨੋਲੋਜੀ, ਮੈਨ ਪਾਵਰ ਜਿਹੜੀ ਹੈ ਇੱਥੇ ਵਧਾਉਣੀ ਹੈ। ਵਿਲੇਜ ਲੈਵਲ ਦੀ ਇੰਟੈਲੀਜੈਂਸ ਤੁਹਾਡੇ ਕੋਲ ਕਾਫੀ ਜ਼ਿਆਦਾ ਹੋਣੀ ਚਾਹੀਦੀ ਹੈ, ਤਾਂ ਕਿ ਲੋਕ ਜਿਹੜੇ ਹੈ ਖੁਦ ਆ ਕੇ ਦੱਸਣ ਕਿ ਇੱਧਰੋਂ ਜਿਹੜੇ ਹੈ ਡਰੱਗਸ ਆ ਰਹੇ ਨੇ, ਇਹਨਾਂ ਲੋਕਾਂ ਨੂੰ ਫੜੋ, ਇਹ ਡਰੱਗਸ ਵਿੱਚ ਇਨਵੋਲਵਡ ਨੇ। ਠੀਕ ਹੈ ਜੀ। ਸਪਲਾਈ ਰਿਡਕਸ਼ਨ ਦੇ ਪਹਿਲਾਂ ਇਹ ਕੁਛ ਤਰੀਕੇ ਨੇ। ਜਿੰਨੇ ਨੈਕਸਸਿਸ ਹੈ, ਇਹ ਦੇਖੋ, ਇਹ ਸਭ ਪੋਲੀਟੀਸ਼ੀਅਨ, ਪੁਲਿਸ, BSF, ਬਹੁਤ ਸਾਰੇ ਜਿਹੜੇ ਆਫਿਸਰਸ ਵਗੈਰਾ ਉਹ ਵੀ ਮਿਲੇ ਹੁੰਦੇ ਆ ਜਦ ਇਹ ਸਪਲਾਈ ਹੋ ਰਹੀ ਆ ਪਾਕਿਸਤਾਨ ਵੱਲੋਂ। ਤਾਂ ਇਹਨਾਂ ਨੈਕਸਸਿਸ ਨੂੰ ਵੀ ਬ੍ਰੇਕ ਕਰਨਾ ਬਹੁਤ ਜ਼ਰੂਰੀ ਹੈ। ਜਿੰਨੇ ਤੱਕ ਆਪਣੀ ਸਾਈਡ 'ਤੇ ਸਪੋਰਟ ਹੈ ਡਰੱਗਸ ਦੇ ਆਉਣ ਲਈ, ਉਨੀ ਦੇਰ ਤੱਕ ਇਹ ਪ੍ਰੋਬਲਮ ਜਿਹੜੀ ਹੈ ਚੱਲਦੀ ਰਹੇਗੀ। ਠੀਕ ਹੈ ਜੀ। ਫਿਰ ਸਪਲਾਈ ਰਿਡਕਸ਼ਨ ਇਸ ਤਰੀਕੇ ਨਾਲ ਹੋਊ। ਡਿਮਾਂਡ ਰਿਡਕਸ਼ਨ, ਇੱਧਰੋਂ ਕੋਈ ਮੰਗਣ ਵਾਲਾ ਹੀ ਨਾ ਹੋਵੇ। ਅਗਰ ਆਪਾਂ ਹੀ ਖੁਦ ਡਿਮਾਂਡ ਨਹੀਂ ਕਰਾਂਗੇ ਤਾਂ ਅਗਰ ਡਰੱਗਸ ਆ ਵੀ ਰਹੇ ਨੇ ਤਾਂ ਕੰਜ਼ਿਊਮ ਨਹੀਂ ਹੋਣਗੇ। ਠੀਕ ਹੈ। ਤਾਂ ਇਹ ਉਹਦੀ ਹੋ ਸਕਦਾ ਹੈ ਜਦ ਸੁਸਾਇਟੀ 'ਚ ਇੰਨੀ ਅਵੇਅਰਨੈਸ ਹੈ, ਆਪਣੇ ਯੂਥ ਨੂੰ ਪਤਾ ਹੈ ਕਿ ਡਰੱਗਸ ਬਹੁਤ ਹੀ ਹਾਨੀਕਾਰਕ ਪਦਾਰਥ ਨੇ, ਇਹ ਸਾਨੂੰ ਨਹੀਂ ਲੈਣਾ ਚਾਹੀਦਾ, ਸਾਡੇ ਸਿਹਤ ਨੂੰ ਖਰਾਬ ਕਰਦੇ ਨੇ, ਸਾਡੀ ਇਕੋਨਮੀ ਨੂੰ ਖਰਾਬ ਕਰਦੇ ਨੇ। ਤਾਂ ਅਵੇਅਰਨੈਸ ਜਨਰੇਸ਼ਨ 'ਤੇ ਬਹੁਤ ਆਪਾਂ ਨੂੰ ਫੋਕਸ ਕਰਨਾ ਚਾਹੀਦਾ ਹੈ। ਵਿਲੇਜ ਲੈਵਲ 'ਤੇ ਕਮਿਊਨਿਟੀ ਨੂੰ ਇਨਵੋਲਵ ਕਰਨਾ ਚਾਹੀਦਾ ਹੈ, ਸਾਰਿਆਂ ਨੂੰ ਅਵੇਅਰ ਕਰਨ ਲਈ। ਯੂਥ ਨੂੰ ਆਪਾਂ ਨੂੰ ਟ੍ਰੇਨਿੰਗ ਤੇ ਇੰਪਲੋਇਮੈਂਟ ਵਿੱਚ ਇਨਵੋਲਵ ਰੱਖਣਾ ਚਾਹੀਦਾ ਹੈ, ਤਾਂ ਕਿ ਜਿਵੇਂ ਕਹਿੰਦੇ ਨੇ ਖਾਲੀ ਦਿਮਾਗ ਸ਼ੈਤਾਨ ਦਾ ਘਰ, ਖਾਲੀ ਬੈਠਣਗੇ ਤਾਂ ਇਹੋ ਜਿਹੇ ਕੰਮਾਂ 'ਚ ਇਨਵੋਲਵ ਹੋਣਗੇ। ਤਾਂ ਉਹਨਾਂ ਨੂੰ ਕੰਮ ਦੇਵੋ, ਉਹਨਾਂ ਨੂੰ ਟ੍ਰੇਨਿੰਗ ਦਿਓ, ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਵਿੱਚ ਇਨਵੋਲਵਡ ਰੱਖੋ। ਠੀਕ ਹੈ ਜੀ। ਇਹ ਇੰਪੋਰਟੈਂਟ ਹੈ। ਉਸ ਤੋਂ ਬਾਅਦ ਤੀਸਰਾ ਆਪਣਾ ਮੈਥਡ ਹੈ ਹਾਰਮ ਰਿਡਕਸ਼ਨ।
कि अगर ਜਿਹੜੇ ਲੋਕ ਇਨਵੋਲਵਡ ਹੈ ਵੀ ਡਰੱਗਸ ਪੁਰਾਣੇ ਮਤਲਬ ਕੁਝ ਟਾਈਮ ਪਹਿਲਾਂ ਲੈਂਦੇ ਵੀ ਸੀ, ਤਾਂ ਹੁਣ ਆਪਾਂ ਕੀ ਕਰਨਾ, ਉਹਨਾਂ ਨੂੰ ਰੀਹੈਬਿਲਿਟੇਸ਼ਨ ਫੈਸਿਲਿਟੀਜ਼ ਪ੍ਰੋਵਾਈਡ ਕਰਨੀ ਹੈ ਤਾਂ ਕਿ ਉਹ ਡਰੱਗਸ ਦੇ ਚੰਗਲ ਵਿੱਚੋਂ ਨਿਕਲਣ ਤੇ ਪ੍ਰੋਡਕਟਿਵ ਕੰਮਾਂ ਵਿੱਚ ਪੈਣ। ਤਾਂ ਇਸੇ ਲਈ ਡੀ ਐਡਿਕਸ਼ਨ ਸੈਂਟਰਸ, ਰੀਹੈਬਿਲਿਟੇਸ਼ਨ ਸੈਂਟਰਸ, ਇਹਨਾਂ ਸਭ ਤੇ ਆਪਾਂ ਨੇ ਬਹੁਤ ਫੋਕਸ ਕਰਨਾ ਹੈ। ਹੈਲਥ ਕੇਅਰ ਵਰਕਰਸ, ਕਮਿਊਨਿਟੀ ਲੀਡਰਸ ਸਭ ਨੂੰ ਇਨਵੋਲਵ ਕਰਕੇ ਅਵੇਅਰਨੈਸ ਜਨਰੇਟ ਕਰਨੀ ਹੈ ਤੇ ਰੀਹੈਬਿਲਿਟੇਸ਼ਨ ਤੇ ਕੰਟਰੋਲ ਵੱਲ ਅੱਗੇ ਵਧਣਾ ਹੈ। ਠੀਕ ਹੈ, ਇਹ ਜਦ ਵੀ ਵੇ ਫਾਰਵਰਡ ਲਿਖਣਾ ਹੈ, ਤੁਸੀਂ ਇੰਟਰਵਿਊ 'ਚ ਵੀ ਅਗਰ ਵੇ ਫਾਰਵਰਡ ਦੱਸਣਾ ਹੈ, ਅਗਰ ਤੁਹਾਨੂੰ ਪੁੱਛਣ ਕਿ ਤੁਸੀਂ ਬਈ DSP ਹੋ, ਕਿਵੇਂ ਪ੍ਰੋਬਲਮ ਸੋਲਵ ਕਰੋਗੇ, ਤਾਂ ਤੁਸੀਂ ਆਪਦੇ ਸਟੈਪਸ ਇਹ ਤਿੰਨਾਂ ਪਾਰਟਸ 'ਚ ਡਿਵਾਈਡ ਕਰਕੇ ਹੀ ਦੱਸੋਗੇ। ਸਰ ਮੈਂ ਸਪਲਾਈ 'ਤੇ ਵਰਕ ਕਰਾਂਗਾ, ਮੈਂ ਡਿਮਾਂਡ ਸਾਈਡ 'ਤੇ ਵਰਕ ਕਰਾਂਗੇ, ਮੈਂ ਹਾਰਮ ਰਿਡਕਸ਼ਨ 'ਤੇ ਵੀ ਕੰਮ ਕਰਾਂਗਾ। ਠੀਕ ਹੈ, ਤਾਂ ਇਹ ਤਿੰਨ ਬਹੁਤ ਹੀ ਇੰਪੋਰਟੈਂਟ ਸੈਕਸ਼ਨਸ ਨੇ, ਇਹਨਾਂ ਤਿੰਨਾਂ ਨੂੰ ਯਾਦ ਰੱਖੋ, ਲਿਖ ਕੇ ਰੱਖੋ ਐਂਡ ਰਿਵਾਈਜ਼ ਕਰਦੇ ਰਹੋ। ਠੀਕ ਹੈ, ਹੁਣ ਪੰਜਾਬ ਗਵਰਨਮੈਂਟ ਨੇ ਕਾਫੀ ਸਾਰੇ ਮੈਜਰਸ ਲਿੱਤੇ ਹੈ ਤਾਂ ਕਿ ਇਸ ਪ੍ਰੋਬਲਮ ਨੂੰ ਜਿਹੜਾ ਹੈ ਮੈਨੇਜ ਕੀਤਾ ਜਾ ਸਕੇ। ਪਹਿਲਾ ਹੈ ਬਡੀ ਪ੍ਰੋਗਰਾਮ, ਬਹੁਤ ਹੀ ਇੰਪੋਰਟੈਂਟ ਹੈ। ਸਕੂਲਸ ਵਿੱਚ ਤੁਸੀਂ ਕਹਿ ਸਕਦੇ ਹੋ 5 ਬੱਚਿਆਂ ਦਾ ਜਿਵੇਂ ਗਰੁੱਪ ਬਣਾਤਾ, ਤਾਂ ਇਹ ਇੱਕ ਦੂਸਰੇ 'ਤੇ ਧਿਆਨ ਰੱਖਣਗੇ ਕਿ ਬਾਕੀ ਬੱਚੇ ਕਿਸ ਚੀਜ਼ਾਂ 'ਚ ਇਨਵੋਲਵਡ ਨੇ। ਠੀਕ ਹੈ, ਇਸ ਤਰੀਕੇ ਨਾਲ ਮਤਲਬ ਇੱਕ ਦੂਸਰੇ 'ਤੇ ਕਾਊਂਟਰ ਚੈੱਕ ਰੱਖਣਗੇ ਕਿ ਕੋਈ ਵੀ ਗਲਤ ਕੰਮਾਂ ਵਿੱਚ ਇਨਵੋਲਵ ਨਾ ਹੋਵੇ। ਠੀਕ ਹੈ, ਨਾਲ ਇੱਕ ਟੀਚਰ ਵੀ ਇਨਵੋਲਵਡ ਹੁੰਦਾ ਹੈ। ਠੀਕ ਹੈ, ਤੁਸੀਂ ਡਿਟੇਲਸ ਇੱਥੇ ਥੋੜ੍ਹੀਆਂ ਪੜ੍ਹ ਸਕਦੇ ਹੋ। ਨੈਕਸਟ ਪ੍ਰੋਗਰਾਮ ਹੈ ਡਰੱਗ ਅਬਿਊਜ਼ ਪ੍ਰੀਵੈਂਸ਼ਨ ਆਫਿਸਰਸ। ਠੀਕ ਹੈ, ਇਹੋ ਜਿਹੇ ਪ੍ਰੀਵੈਂਸ਼ਨ ਆਫਿਸਰਸ ਪੰਜਾਬ ਨੇ ਲਾਂਚ ਕੀਤੇ ਨੇ, ਬਣਾਏ ਨੇ, ਜਿਹੜੇ ਕਿ ਅਵੇਅਰਨੈਸ 'ਤੇ ਵਰਕ ਕਰ ਰਹੇ ਨੇ। ਵਲਨਰੇਬਲ ਸੈਕਸ਼ਨਸ ਨੂੰ ਆਈਡੈਂਟੀਫਾਈ ਕਰਨਾ ਕਿ ਕਿੱਥੇ ਪੋਸੀਬਿਲਿਟੀ ਹੈ ਡਰੱਗਸ ਜ਼ਿਆਦਾ ਵਿਕਣ ਦੀ, ਇਹੋ ਜਿਹੇ ਏਰੀਆਜ਼ ਫਾਈਂਡ ਆਊਟ ਕਰ ਰਹੇ ਨੇ, ਟਰੀਟਮੈਂਟ ਦੀ ਫੈਸਿਲਿਟੀਜ਼ ਦੇ ਰਹੇ ਨੇ। ਠੀਕ ਹੈ, ਇਹ ਨੈਕਸਟ ਪ੍ਰੋਗਰਾਮ ਹੈ। ਉਸ ਤੋਂ ਬਾਅਦ ਆਊਟ ਪੇਸ਼ੈਂਟ ਓਪੀਓਇਡ ਅਸਿਸਟ ਥੈਰੇਪੀ। ਠੀਕ ਹੈ, ਕਹਿਣ ਦਾ ਮਤਲਬ ਹੈ ਹਸਪੀਟਲਸ ਵਿੱਚ ਡਰੱਗਸ ਦੀ ਟਰੀਟਮੈਂਟ ਲਈ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਗਈਆਂ ਹੈ। ਉਸ ਤੋਂ ਬਾਅਦ ਵਾਲ ਪੇਂਟਿੰਗਸ ਵਗੈਰਾ ਦਾ ਵੀ ਪ੍ਰਪੋਜ਼ਲ ਹੈ ਤਾਂ ਕਿ ਅਵੇਅਰਨੈਸ, ਤੁਸੀਂ ਦੇਖਦੇ ਹੀ ਹੋਵੋਗੇ ਅੱਜ ਕੱਲ੍ਹ ਰਾਸਤਿਆਂ ਵਿੱਚ ਬਹੁਤ ਜਗ੍ਹਾ 'ਤੇ ਡਰੱਗ, ਡਰਿੰਕਿੰਗ, ਇਹਨਾਂ ਸਭ ਦੇ ਰਿਲੇਟਡ ਵਾਲ ਪੇਂਟਿੰਗਸ ਹੁੰਦੀਆਂ ਹੈ। ਉਹ ਸਭ ਦਾ ਮੀਨਿੰਗ ਅਵੇਅਰਨੈਸ ਜਨਰੇਟ ਕਰਨਾ ਹੀ ਹੈ ਬੇਸਿਕਲੀ। ਠੀਕ ਹੈ, ਇਹ ਕੁਝ ਪ੍ਰੋਗਰਾਮਸ ਹੈ, ਤੁਹਾਡੇ ਕੋਲ ਕੋਈ ਹੋਰ ਡਾਟਾ ਹੋਵੇ, ਹੋਰ ਪ੍ਰੋਗਰਾਮਸ ਹੋਣ ਤਾਂ ਉਹ ਵੀ ਤੁਸੀਂ ਐਡ ਕਰ ਸਕਦੇ ਹੋ। ਠੀਕ ਹੈ, ਹੁਣ ਲਾਸਟ ਇਸ਼ੂ ਜਿਹੜਾ ਹੈ ਡਰੱਗਸ ਨਾਲ ਰਿਲੇਟਡ ਹੈ ਰੀਲੈਪਸ। ਦੇਖੋ ਜਦ ਤੁਸੀਂ ਰੀਹੈਬਿਲਿਟੇਸ਼ਨ ਵੀ ਕਰ ਦਿੰਦੇ ਹੋ, ਤਦ ਵੀ ਉਸ ਤੋਂ ਬਾਅਦ ਰੀਹੈਬਿਲਿਟੇਟ ਹੋਣ ਤੋਂ ਬਾਅਦ ਵੀ ਕਈ ਲੋਕ ਦੁਬਾਰਾ ਡਰੱਗਸ ਦੇ ਪ੍ਰੋਬਲਮ ਵਿੱਚ ਪੈ ਜਾਂਦੇ ਹੈ। ਤਾਂ ਉਹਦਾ ਰੀਜ਼ਨ ਕੀ ਹੁੰਦਾ ਹੈ? ਦੇਖੋ ਮੈਂਟਲ ਸਟ੍ਰੈਸ ਬਹੁਤ ਜ਼ਿਆਦਾ ਹੁੰਦਾ ਹੈ, ਲੋਕਾਂ ਨੂੰ ਇਹਨਾਂ ਕੋਲ ਇੰਪਲੋਇਮੈਂਟ ਨਹੀਂ ਹੁੰਦੀ, ਫੈਮਿਲੀ ਸਪੋਰਟ ਨਹੀਂ ਹੁੰਦੀ, ਤਾਂ ਉਹਦੇ ਨਾਲ ਕੀ ਹੁੰਦਾ, ਉਹ ਫਿਰ ਟੈਨਸ਼ਨਾਂ ਦੇ ਵਿੱਚ ਡਰੱਗਸ ਦੇ ਮਾਮਲੇ ਵਿੱਚ ਦੁਬਾਰਾ ਪੈ ਜਾਂਦੇ ਹੈ। ਤਾਂ ਇਸ ਫਸਟ ਕਾਰਨ ਹੈ ਮੈਂਟਲ ਸਟ੍ਰੈਸ, ਫੈਮਿਲੀ ਸਪੋਰਟ ਨਾ ਹੋਣਾ, ਨਾਲ ਇਹੋ ਜਿਹੇ ਲੋਕ ਹੋਣਾ ਜਿਹੜੇ ਡਰੱਗਸ ਕੰਜ਼ਿਊਮ ਕਰਦੇ ਆ, ਬੈਡ ਕੰਪਨੀ ਹੈ ਨਾ, ਇੱਕ ਬੁਰਾ ਐਪਲ ਸਾਰੇ ਐਪਲਾਂ ਨੂੰ ਖਰਾਬ ਕਰਦਾ ਹੈ, ਉਸ ਤਰੀਕੇ ਨਾਲ ਅਵੇਲੇਬਿਲਿਟੀ ਜਿਹੜੀ ਆ ਉਹ ਹਾਈ ਹੈ। ਇਹ ਤਾਂ ਵਿਚਾਰੇ ਐਡਿਕਟ ਨੇ, ਤੁਸੀਂ ਇਹਨਾਂ ਦੇ ਸਾਹਮਣੇ ਡਰੱਗਸ ਰੱਖ ਦਿੰਦੇ ਹੋ, ਇੰਨੀ ਅਵੇਲੇਬਿਲਿਟੀ ਹੈ ਪੰਜਾਬ 'ਚ, ਜਿਵੇਂ 36 ਵਿੰਡ ਵਿੱਚ ਹੈ ਕਿ ਅਗਰ ਕੋਈ ਛੱਡਣਾ ਵੀ ਚਾਹੁੰਦਾ ਹੈ ਤਾਂ ਵੀ ਇੰਨਾ ਈਜ਼ੀਲੀ ਅਵੇਲੇਬਲ ਡਰੱਗ ਮਿਲ ਜਾਂਦਾ ਹੈ ਕਿ ਇਹ ਛੱਡ ਨਹੀਂ ਪਾਉਂਦੇ। ਠੀਕ ਹੈ, ਤਾਂ ਰੀਲੈਪਸ ਦਾ ਵੀ ਕੁਛ ਇਹ ਵੀ ਥੋੜ੍ਹਾ ਜਿਹਾ ਡਾਟਾ ਜਿਹੜਾ ਆਪਦੇ ਕੋਲ ਲਿਖ ਕੇ ਰੱਖੋ। ਠੀਕ ਹੈ ਜੀ, ਇਹ ਪੂਰਾ ਐਡਾ ਲੰਬਾ ਡਿਸਕਸ਼ਨ ਇਸੇ ਲਈ ਕੀਤੀ ਹੈ ਕਿਉਂਕਿ ਡਰੱਗ ਦਾ ਪ੍ਰੋਬਲਮ ਬਹੁਤ ਵੱਡਾ ਪ੍ਰੋਬਲਮ ਹੈ ਪੰਜਾਬ ਵਿੱਚ ਅਤੇ ਬਹੁਤ ਇੰਪੋਰਟੈਂਟ ਹੈ ਆਪਣੇ ਐਗਜ਼ਾਮ ਦੇ ਪਰਸਪੈਕਟਿਵ ਤੋਂ। ਠੀਕ ਹੈ, ਹੁਣ ਆਪਾਂ ਨੈਕਸਟ ਟੌਪਿਕ ਸ਼ੁਰੂ ਕਰਦੇ ਹਾਂ। ਇਹ ਐਕਚੁਅਲੀ ਲਤੀਫਪੁਰਾ ਦੇ ਦੇਖੋ ਕੁਝ ਲੋਕ ਜਿਹੜੇ ਹੈ, ਕੁਝ ਫੈਮਲੀਜ਼ ਦੇ ਘਰ ਤੋੜ ਦਿੱਤੇ ਗਏ ਸੀ, ਕੁਛ ਪਰਪਸ ਕਰਕੇ ਉਹਨਾਂ ਨੂੰ ਰੀਹੈਬਿਲਿਟੇਸ਼ਨ ਦਿੱਤੇ ਬਿਨਾਂ ਉਹਨਾਂ ਦੇ ਘਰ ਜਿਹੜੇ ਹੈ ਇੰਪਰੂਵਮੈਂਟ ਦੇ ਅੰਡਰ ਜਲੰਧਰ ਵਿੱਚ ਤੋੜ ਦਿੱਤੇ ਗਏ ਸੀ। ਤਾਂ ਥੋੜ੍ਹਾ ਇਸ਼ੂ ਚੱਲ ਰਿਹਾ ਹੈ। ਇਸ ਇਸ਼ੂ ਵਿੱਚੋਂ ਆਪਣੇ ਲਈ ਜੋ ਇੰਪੋਰਟੈਂਟ ਹੈ ਉਹ ਹੈ ਨੈਸ਼ਨਲ ਕਮਿਸ਼ਨ ਫॉर ਮਾਈਨੋਰਿਟੀਜ਼। ਐਕਚੁਅਲੀ ਇੱਥੇ ਜਿਹੜੇ ਲੋਕ ਰਹਿ ਰਹੇ ਨੇ ਉਹ ਮਾਈਨੋਰਿਟੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਨੇ, ਤਾਂ ਇਸੇ ਲਈ ਨੈਸ਼ਨਲ ਕਮਿਸ਼ਨ ਆਫ ਮਾਈਨੋਰਿਟੀ ਦੇ ਲੀਡਰ ਇਕਬਾਲ ਸਿੰਘ ਲਾਲਪੁਰਾ ਇਹਨਾਂ ਨੇ ਇੱਥੇ ਵਿਜ਼ਿਟ ਕੀਤਾ ਹੈ। ਤਾਂ ਇਸ ਚੱਕਰ 'ਚ ਆਪਾਂ ਪੋਲਿਟੀ ਦੀ ਪ੍ਰੈਪਰੇਸ਼ਨ ਕਰ ਲੈਂਦੇ ਹਾਂ ਆਪਣੇ ਨੈਸ਼ਨਲ ਕਮਿਸ਼ਨ ਆਫ ਮਾਈਨੋਰਿਟੀਜ਼ ਨੂੰ ਪੜ੍ਹ ਕੇ। ਠੀਕ ਹੈ, ਤਾਂ ਇਹਦੀ ਤੁਸੀਂ ਅਗਰ ਕੰਪੋਜੀਸ਼ਨ ਦੇਖੋ ਕਮਿਸ਼ਨ ਦੀ, ਤਾਂ ਚੇਅਰਪਰਸਨ ਹੁੰਦਾ ਹੈ, ਵਾਈਸ ਚੇਅਰਪਰਸਨ ਅਤੇ 5 ਹੋਰ ਮੈਂਬਰਸ ਹੁੰਦੇ ਹੈ। ਸਾਰੇ ਮੈਂਬਰਸ ਮਾਈਨੋਰਿਟੀਜ਼ ਦੇ ਹੋਣੇ ਚਾਹੀਦੇ ਹੈ। ਠੀਕ ਹੈ, ਸਾਰੇ ਮਾਈਨੋਰਿਟੀ ਕਮਿਊਨਿਟੀ ਨੂੰ ਬਿਲੋਂਗ ਕਰਨੇ ਚਾਹੀਦੇ ਹੈ। ਇਹ ਕਮੇਟੀ ਦੇ ਮੈਂਬਰਸ ਦਾ ਟੈਨਿਓਰ ਜਿਹੜਾ ਹੈ ਉਹ 3 ਸਾਲ ਦਾ ਹੁੰਦਾ ਹੈ, 3 ਸਾਲ ਬਾਅਦ ਮੈਂਬਰ ਚੇਂਜ ਹੋਣਗੇ। ਇਹ ਕਮੇਟੀ ਜਿਹੜੀ ਹੈ ਸਟੇਚੂਟਰੀ ਬੋਡੀ ਹੈ। ਠੀਕ ਹੈ, ਨੈਸ਼ਨਲ ਕਮਿਸ਼ਨ ਔਨ ਮਾਈਨੋਰਿਟੀਜ਼ ਐਕਟ 1992 ਦੇ ਅੰਡਰ ਇਹ ਕਮੇਟੀ ਜਿਹੜੀ ਹੈ ਸੈਟਅਪ ਕੀਤੀ ਗਈ ਹੈ। ਠੀਕ ਹੈ ਜੀ, ਉਸ ਤੋਂ ਬਾਅਦ
ਇੰਡੀਆ ਦੇ ਵਿੱਚ ਇਸ ਲਾਅ ਦੇ ਅੰਡਰ 5 ਰਿਲੀਜੀਅਸ ਮਾਈਨੋਰਿਟੀਜ਼ ਜਿਹੜੀਆਂ ਰਿਕਗਨਾਈਜ਼ ਕੀਤੀਆਂ ਗਈਆਂ ਹੈ। ਦੇਖੋ ਕਨਸਟੀਟਿਊਸ਼ਨ ਵਿੱਚ ਮਾਈਨੋਰਿਟੀ ਵਰਲਡ ਤਾਂ ਮੈਂਸ਼ਨਡ ਹੈ, ਬਟ ਇਹਦੀ ਡੈਫੀਨੇਸ਼ਨ, ਇਹਦੀ ਕੰਪੋਜੀਸ਼ਨ ਕੁਝ ਨਹੀਂ ਲਿਖੀ ਗਈ ਹੈ। ठीक है, तो इस लॉ ने 5 रिलीजियस माइनॉरिटीज़ आइडेंटिफाई कीतियां। मतलब इंडिया च देखो 6 मेजर रिलीजन्स ने, तो हिंदूइज़म नूं छड्ड के बाकी जिहड़े बचे इस्लाम, क्रिश्चियनिटी, बुद्धिज़म, जैनिज़म ते सिखिज़म, ये पंजों जिहड़ियां माइनॉरिटीज़ विच कंसीडर किए जाते हैं इस लॉ के अंडर। जैनिज़म जिहड़ा है थोड़ी देर बाद इस लॉ के अंडर ऐड होया सी, पहलां सिर्फ 4 रिलीजन्स थी। ठीक है, ये फैक्चुअल इन्फॉर्मेशन याद रखनी है, इस ते ही MCQ बेस्ड क्वेश्चन बननगे। किते टेन्योर पूछ लिया, स्ट्रेचरी है, कॉन्स्टिट्यूशनल है, ये पूछ लिया। ठीक है, कंपोजिशन पूछ ली। राइट नाउ हुण ये कमीशन के फंक्शन क्या है, देखो डिटेल च तुसीं ये पढ़ लियो। बेसिकली नैशनल कमीशन ऑफ माइनॉरिटीज़ क्या बनी है, माइनॉरिटीज़ का इंटरस्ट ध्यान रखने लई। ठीक है, तो इस नाल रिगेडिंग रिकमेंडेशनस ये गवर्नमेंट नूं दिंदी रहिंदी है कि किवें माइनॉरिटीज़ दे राइट्स नूं इंश्योर किया जा सकता है, इंटरस्ट नूं इंश्योर किया जा सकता है। अगर कुछ केसिस वगैरह होण उन्हां दे राइट्स दे वायलेशन दे, तो उन्हां नूं इन्वेस्टिगेट करदे ने, कंप्लेंट्स आन उन्हां नूं ओवरलुक करदे ने। ठीक है, माइनॉरिटी राइट्स डे हुंदा है, उहनूं सैलीब्रेट करदे ने, मतलब अवेयरनैस जनरेशन विच पार्टिसिपेट करते हैं। माइनॉरिटीज़ के नाल रिलेटिड जेडे भी स्कीम्स हैं, 15 पॉइंट प्रोग्राम चल रहा है गवर्नमेंट का, उन्होंने सब दी इंप्लीमेंटेशन नूं, इफेक्टिव इंप्लीमेंटेशन नूं इंश्योर करते हैं। ठीक है, बेसिकली माइनॉरिटीज़ नाल रिलेटिड हर काम उन्हां दे इंटरस्ट नूं इंश्योर करने लई ये कमीशन जिहड़ी है करूगी। ठीक है, तुसीं ये सारे पॉइंट्स याद कर लियो। मेन्स च भी अगर क्वेश्चन आ जाए इस कमीशन ते क्वेश्चन आ सकता है। नैशनल कमीशन ऑन विमेन ते ऑलरेडी आ चुका है, माइनॉरिटीज़ ते भी आ सकता है, इसलिए ये सारा डिटेल मैं तुहानूं दिता है। रोल्स एंड फंक्शनस उत्थे लोड़ पैनी है तुहानूं। ठीक है, हुण ये कमीशन जिहड़ी है काफ़ी सारे इशूज़ भी फेस कर रही है, एवें तो है नहीं। ठीक है, कि स्मूथली चल रहा है, तो वो इशूज़ क्या है वो भी जानना ज़रूरी है। तो सब तो पहला इशू है कि ਇਹਦਾ कोई कॉन्स्टिट्यूशनल स्टेटस ही नहीं है, ये स्टेचुटरी कमेटी है, ਇਹਦੇ ਕੋਲ कोई कॉन्स्टिट्यूशनल पावर्स भी नहीं है। सुप्रीम कोर्ट, हाई कोर्ट ਜਿਹੜੇ है वो ईजीली ਇਹਦੇ रूलिंग्स ਨੂੰ, ਇਹਦੇ डिसीजनस ਨੂੰ ओवरपावर कर सकते हैं। ठीक है, इट हैज़ नो कॉन्स्टिट्यूशनल पावर्स। उस तो बाद टुथलस टाइगर है, वही कि ਇਹਦੇ वर्ड ਜਿਹੜਾ है ज़्यादा सुनिया नहीं जाता। देखो इनू खुद ही कई बुक्स विच भी इन्हों नैशनल कमीशन नू टोकनिज़म कहा गया है, सिर्फ नाम की कमीशन है, एक्चुअली कुछ इंपैक्ट नहीं कर पाती। ये कोल ना कोई लीगल पावर्स ने, ना कोई कॉन्स्टिट्यूशनल मैंडेट है आपके डिसीजनस नू इंप्लीमेंट कराने लई। ठीक है, अगर ये कोई रिपोर्ट्स देखो लॉ विच लिखा गया है, जिहड़ा आपां नैशनल कमीशन वाला एक्ट देखा 1992, कि ये हर साल एनुअली पार्लीमेंट विच रिपोर्ट टेबल करेगी। तो ये रिपोर्ट्स तो सबमिट करती है, कदी नहीं करती, बट वो रिपोर्ट्स से कुछ ज़्यादा डिस्कशन नहीं होंगी पार्लीमेंट विच। यदि अगर कोई रिकमेंडेशनस होंदियां उन्होंने ज़्यादा इंप्लीमेंट नहीं किया जाता है ना जी, तो फिर रिपोर्ट्स देने का भी क्या मतलब होया। अगेन ये फिर इनफेक्टिव हो जाती है। उस तो बाद अगर मैन पावर देखो, मैन पावर की या तो शॉर्टेज रहिंदी है या हाई वैकेंसीज़ रहिंदियां जिथे अपॉइंटमेंट्स नहीं होंदियां। अगेन अगर लोग ही नहीं होंगे कमीशन विच तो कमीशन काम किमें करेगी, है ना जी। फिर टैक्नोलॉजी अपग्रेडेशन नहीं हो रही, टैक्नोलॉजी नूं यूज़ करके देखो ये कमीशन बहुत इनोवेशनस कर सकती है, डेटा मैनेज कर सकती है, माइनॉरिटीज़ का स्टेटस मैनेज कर सकती है, बट वो टैक्नोलॉजी अपग्रेडेशनस भी टाइमली नहीं हो रही। रिसर्च इनू करनी चाहिए माइनॉरिटी के राइट्स ते, माइनॉरिटीज़ के इंटरस्ट नूं किवें प्रमोट किया जा सकता है उस ते, बट रिसर्च डेवलपमेंट लई भी ना तो पैसा है, ना मैन पावर है, ना विल है, तुसी कह सकते हो। ठीक है, उस तो बाद अगर तुसी स्टेट माइनॉरिटी कमीशनस की गल करो, तो आप नैशनल लैवल वाली कमीशन की गल कर रहे सी। स्टेट्स वाले की गल करो तो बहुत सारी स्टेट्स ने तो हजे तक कमीशन ही नहीं बनाई है। पंजाब च भी तुसी आ देखो, ये विजिट कौन कर रहा, नैशनल कमीशन के चेयरमैन कर रहे हैं। मतलब पंजाब विच भी कोई इफेक्टिव स्टेट कमीशन नहीं है। ठीक है, जिन्ना स्टेट्स विच है भी उन्होंने भी रिसोर्सिस की प्रॉब्लम है, ना मैन पावर, ना पैसा या मनी, तुसी कह सकते हो बजट नहीं मिलता उन्ना। ठीक है, अगैन फिर स्टेट कमीशनस भी सिमिलर इशूज़ फेस कर रही हैं। ये सब ब्रॉड इशूज़ ने, तुसी डिटेल्स इत्थे पढ़ सकते हो, मैंने तुहानू ब्रीफली सारे पॉइंट समझा दिते हैं। ठीक है, हुण अगे चल के की करना चाहिए है ताकि इन्हां कमीशन नू स्ट्रेंथन किया जा सके।
ਤਾਂ ਪੈਂਡੈਂਸੀ ਨੂੰ ਘਟਾਓ, ਪੈਸਾ ਬਜਟ ਦਿਓ, ਵੈਕੈਂਸੀਜ਼ ਫਿਲ ਕਰੋ, ਮੈਨ ਪਾਵਰ ਜਿਹੜੀ ਆ ਉਹ ਪੂਰੀ ਹੋਵੇ, ਹੈ ਨਾ। ਇਹਦਾ ਇੰਪੈਕਟ ਅਸੈਸਮੈਂਟ ਸਰਵੇ ਕਰੋ ਕਿ ਜਿਹੜਾ ਇਹ ਕੰਮ ਕਰ ਰਹੀ ਆ ਉਹਦਾ ਕੁਛ ਇੰਪੈਕਟ ਹੋ ਰਿਹਾ ਹੈ ਕਿ ਨਹੀਂ। ਟੈਕਨੋਲੋਜੀ ਨੂੰ ਅਪਗ੍ਰੇਡ ਕੀਤਾ ਜਾਵੇ, ਸਟੇਟ ਕਮਿਸ਼ਨਸ ਨੂੰ ਅਪਗ੍ਰੇਡ ਕੀਤਾ ਜਾਵੇ, ਹੈ ਨਾ। ਜਿਹੜੀਆਂ ਪ੍ਰੋਬਲਮਸ ਆ ਉਹਦੇ ਕਰਸਪੋਂਡਿੰਗ ਤੁਸੀਂ ਸੋਲਿਊਸ਼ਨ ਲਿਖ ਸਕਦੇ ਹੋ। ਠੀਕ ਹੈ ਜੀ। ਤਾਂ ਇਹ ਵੀ ਆਪਾਂ ਟੌਪਿਕ ਜਿਹੜਾ ਬਹੁਤ ਹੀ ਕੰਪਰੀਹੈਂਸਿਵਲੀ ਡਿਸਕਸ ਕਰ ਲਿਆ। ਅਗਰ ਤੁਹਾਨੂੰ ਸਾਡੇ ਚੈਨਲ ਦਾ ਕੰਟੈਂਟ ਪਸੰਦ ਆ ਰਿਹਾ ਹੈ, ਪਲੀਜ਼ ਸਾਨੂੰ ਸਪੋਰਟ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ, ਤੇ ਆਪਦੇ ਹੋਰ ਕੋ ਐਸਪੀਰੈਂਟਸ ਨਾਲ ਇਹ ਚੈਨਲ ਸ਼ੇਅਰ ਕਰੋ। ਠੀਕ ਹੈ ਜੀ। ਹੁਣ ਨੈਕਸਟ ਇੰਪੋਰਟੈਂਟ ਡਾਟਾ ਆਪਾਂ ਕਰ ਲੈਂਦੇ ਹਾਂ, ਰੀਪ੍ਰੈਜ਼ੈਂਟੇਸ਼ਨ ਇਨ ਜੁਡੀਸ਼ਰੀ। ਠੀਕ ਹੈ ਜੀ। ਇਹ ਤੁਸੀਂ ਜੁਡੀਸ਼ਰੀ ਦੀ ਜਦੋਂ ਤੁਹਾਡੇ ਤੋਂ ਅਗਰ ਕੁਐਸਚਨ 'ਚ ਪ੍ਰੋਬਲਮਸ ਪੁੱਛਿਆ ਜਾਵੇ ਕਿ ਆਪਣੀ ਜੁਡੀਸ਼ਰੀ ਪ੍ਰੋਬਲਮਸ ਕਿਆ ਫੇਸ ਕਰ ਰਹੀ ਹੈ, ਇੰਡੀਅਨ ਜੁਡੀਸ਼ਰੀ ਦੀ ਪ੍ਰੋਬਲਮਸ ਕਿਆ ਹੈ, ਉਸ 'ਚ ਤੁਸੀਂ ਲਿਖ ਸਕਦੇ ਹੋ ਕਿ ਅੰਡਰ ਰਿਪਰੈਜ਼ੈਂਟੇਸ਼ਨ ਆਫ SCs, STs, ਵਿਮਨ ਆਲਸੋ। ਠੀਕ ਹੈ। ਜੁਡੀਸ਼ਰੀ 'ਚ ਅਗਰ ਤੁਸੀਂ ਦੇਖੋ ਮੈਜੋਰਿਟੀ 80% ਜਿਹੜੀ ਪੋਸਟਸ ਹੈ ਆਲਮੋਸਟ ਉਹ ਜਨਰਲ ਲੋਕਾਂ ਨੇ ਐਕਵਾਇਰ ਕੀਤੀਆਂ ਹੈ। SCs ਦੀ ਤੁਸੀਂ ਦੇਖੋ ਸਿਰਫ 2.8% ਰਿਪਰੈਜ਼ੈਂਟੇਸ਼ਨ ਹੈ, ਸ਼ਡਿਊਲਡ ਟਰਾਈਬਸ ਦੀ ਸਿਰਫ 1.3%। ਵਿਮਨ ਦਾ ਡਾਟਾ ਇੱਥੇ ਨਹੀਂ ਦਿੱਤਾ ਗਿਆ ਹੈ, ਬਟ ਵਿਮਨ ਵੀ ਤੁਸੀਂ ਕਹਿ ਸਕਦੇ ਹੋ 3 ਤੋਂ 4% ਤੋਂ ਜ਼ਿਆਦਾ ਨਹੀਂ ਹੈ। ਠੀਕ ਹੈ। ਸੁਪਰੀਮ ਕੋਰਟ 'ਚ 30 ਜੱਜਾਂ ਨੇ, 30 ਜੱਜਿਸ ਨੇ, ਤੁਸੀਂ ਖੁਦ ਦੱਸੋ ਕਿ ਕਿੰਨੀਆਂ ਇਸ 'ਚੋਂ ਵਿਮਨ ਨੇ। ਕਮੈਂਟਸ 'ਚ ਟਾਈਪ ਕਰੋ ਤੇ ਖੁਦ ਦੱਸੋ। ਤਾਂ ਇਸੇ ਲਈ ਹਰ ਸੈਕਸ਼ਨ ਆਫ ਸੋਸਾਇਟੀ ਦਾ ਰਿਪਰੈਜ਼ੈਂਟ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਸੈਂਸਿਟਿਵਿਟੀ ਆਵੇ ਬੋਰਡਸ ਵਿੱਚ, ਜੁਡੀਸ਼ੀਅਲ ਬੋਰਡਸ ਦੇ ਵਿੱਚ। ਤਾਂ ਇਹ ਬਹੁਤ ਵੱਡੀ ਜੁਡੀਸ਼ਰੀ ਦੀ ਆਪਣੀ ਪ੍ਰੋਬਲਮ ਹੈ ਕਿ ਸਾਰੇ ਸੈਕਸ਼ਨਸ ਦੀ ਐਡਿਕੁਏਟ ਰਿਪਰੈਜ਼ੈਂਟੇਸ਼ਨ ਨਹੀਂ ਹੈ। ਇਹ ਡਾਟਾ ਤੁਸੀਂ ਛੋਟਾ ਜਿਹਾ ਲਿਖ ਕੇ ਰੱਖ ਸਕਦੇ ਹੋ, ਸਾਰੀ ਡਿਟੇਲਸ ਨਹੀਂ ਕਰਨੀ, ਸਿਰਫ ਆਹ ਕਾਲਮ ਆਪਾਂ ਯਾਦ ਕਰਨਾ ਹੈ। ਠੀਕ ਹੈ। SCs ਇੰਨੇ ਹੈ, STs ਇੰਨੇ ਹੈ, ਜਨਰਲ ਕੈਟੇਗਰੀ ਦੇ ਇੰਨੇ ਹੈ। ਮਾਈਨੋਰਿਟੀਜ਼ ਜਿਹੜੀਆਂ ਨੇ, ਮਾਈਨੋਰਿਟੀਜ਼ ਮਤਲਬ ਇਹੀ ਵਿਮਨ ਤੇ ਰਿਲੀਜੀਅਸ ਮਾਈਨੋਰਿਟੀਜ਼, ਉਹ ਸਿਰਫ 2.6% ਨੇ। ਠੀਕ ਹੈ। ਸਿਰਫ ਇਹ ਆਪਾਂ ਯਾਦ ਕਰਕੇ ਰੱਖਣਾ ਹੈ। ਅਗਲਾ ਵੈਰੀ ਇੰਪੋਰਟੈਂਟ ਟੌਪਿਕ, ਬਹੁਤ ਹੀ ਜ਼ਿਆਦਾ ਇੰਪੋਰਟੈਂਟ, ਇਸ ਤੇ ਕੁਐਸਚਨ ਹਾਈਲੀ ਪ੍ਰੋਬੇਬਲ ਹੈ, ਇੰਡੀਅਨ ਡਾਇਸਪੋਰਾ। ਠੀਕ ਹੈ ਜੀ। GS2 ਦੇ ਲਈ ਮੇਨਸ ਆਨਸਰ ਰਾਈਟਿੰਗ ਤੇ ਈਵਨ ਐਸੇ ਵੀ ਆ ਸਕਦਾ ਹੈ, ਤਾਂ ਇਹ ਬਹੁਤ ਇੰਪੋਰਟੈਂਟ ਹੈ। ਤਾਂ ਸਭ ਤੋਂ ਪਹਿਲਾਂ ਦੇਖੋ, ਪ੍ਰਾਈਮ ਮਿਨਿਸਟਰ ਮੋਦੀ ਨੇ ਡਾਇਸਪੋਰਾ ਨੂੰ ਆਪਣੇ ਇੰਡੀਆ ਦੇ ਬ੍ਰਾਂਡ ਐਂਬੈਸਡਰਸ ਜਾਂ ਰਾਸ਼ਟਰਦੂਤ ਕਿਹਾ ਹੈ। ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਜਿਹੜੇ ਇੰਡੀਅਨ ਡਾਇਸਪੋਰਾ ਹੈ ਇਹ ਇੰਡੀਅਨ ਕਲਚਰ ਨੂੰ, ਇੰਡੀਅਨ ਇਕੋਨਮੀ ਨੂੰ ਪੂਰੇ ਵਰਲਡ ਦੇ ਸਾਹਮਣੇ ਰੱਖਦੇ ਹੈ। ਇੰਡੀਆ ਦੇ ਫੀਚਰਸ ਲਾਈਕ ਯੋਗਾ, ਇੰਡੀਆ ਦੀ ਹੈਰੀਟੇਜ ਨੂੰ ਸਭ ਦੇ ਸਾਹਮਣੇ ਪ੍ਰੈਜ਼ੈਂਟ ਕਰਦੇ ਨੇ। ਠੀਕ ਹੈ। ਤਾਂ ਇਹ ਕਹਿ ਰਹੇ ਨੇ ਕਿ ਜਿਵੇਂ ਇੰਡੀਅਨਸ ਬਾਹਰ ਜਾ ਕੇ ਬਿਹੇਵ ਕਰਦੇ ਨੇ, ਕੰਮ ਕਰਦੇ ਨੇ, ਗੱਲਬਾਤ ਕਰਦੇ ਨੇ, ਉਹ ਇੰਡੀਆ ਦੀ ਰਿਫਲੈਕਸ਼ਨ ਹੈ। ਤਾਂ ਇਸੇ ਲਈ ਪ੍ਰਾਈਮ ਮਿਨਿਸਟਰ ਮੋਦੀ ਡਾਇਸਪੋਰਾ ਨਾਲ ਕਨੈਕਟ ਕਰਦੇ ਹੋਏ ਕਹਿ ਰਹੇ ਸੀ ਕਿ ਤੁਹਾਡਾ ਬਹੁਤ ਰੋਲ ਹੈ ਇੰਡੀਆ ਦੀ ਗਰੋਥ ਵਿੱਚ, ਡਿਵੈਲਪਮੈਂਟ ਵਿੱਚ, ਇੰਡੀਆ ਦੀ ਇਮੇਜ ਬਿਲਡਿੰਗ ਵਿੱਚ। ਤਾਂ ਇਸੇ ਤਰੀਕੇ ਨਾਲ ਐਕਟ ਕਰੋ ਕਿ ਤੁਸੀਂ ਇੰਡੀਆ ਦੇ ਐਜ਼ ਅ ਬ੍ਰਾਂਡ ਐਂਬੈਸਡਰ ਕੰਮ ਕਰਦੇ ਹੋ। ਠੀਕ ਹੈ ਜੀ। ਹੁਣ ਥੋੜੀ ਹਿਸਟਰੀ ਦੇਖ ਲੈਂਦੇ ਹਾਂ ਕਿ ਇੰਡੀਅਨ ਲੋਕ ਜਿਹੜੇ ਹੈ ਉਹਨਾਂ ਨੇ ਬਾਹਰ ਜਾਣਾ ਕਦ ਸ਼ੁਰੂ ਕੀਤਾ, ਕਿਵੇਂ ਸ਼ੁਰੂ ਕੀਤਾ, ਕਿਵੇਂ ਉਹ ਡਾਇਸਪੋਰਾ ਬਿਲਡ ਹੁੰਦਾ ਗਿਆ। ਠੀਕ ਹੈ। ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਮੇਜਰ ਆਊਟ ਮਾਈਗ੍ਰੇਸ਼ਨ 19th 20th ਸੈਂਚੁਰੀ, ਦੈਟ ਇਜ਼ ਕੋਲੋਨੀਅਲ ਟਾਈਮ ਵਿੱਚ ਸ਼ੁਰੂ ਹੋਈ। ਜਦ ਬ੍ਰਿਟਿਸ਼ ਆਪਣੇ ਇੰਡੀਆ ਵਿੱਚ ਆਏ, ਉਹ ਇੰਡੀਆ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਲੇਬਰ ਦੀ ਤਰ੍ਹਾਂ ਬਾਹਰ ਲੈ ਕੇ ਜਾਣ ਲੱਗੇ। ਤਾਂ ਸਭ ਤੋਂ ਪਹਿਲਾਂ ਗਿਰਮਿਤੀਆ ਅਰੇਂਜਮੈਂਟ ਇੱਕ ਇਹੋ ਜਿਹੀ ਸ਼ੁਰੂ ਹੋਈ ਸੀ ਜਿਹਦੇ ਅੰਡਰ ਬਹੁਤ ਸਾਰੀ ਇੰਡੇਂਜਰਡ ਲੇਬਰ ਜਿਹੜੀ ਹੈ ਇੰਡੀਆ ਵਿੱਚੋਂ ਕੱਢ ਕੇ ਬ੍ਰਿਟਿਸ਼ ਦੀ ਪਲਾਂਟੇਸ਼ਨ ਕਲੋਨੀ ਵਿੱਚ ਲੈ ਕੇ ਜਾਈ ਜਾਂਦੀ ਸੀ। ਠੀਕ ਹੈ। ਇਹ ਟਰਮ ਯਾਦ ਰੱਖੋ, ਗਿਰਮਿਤੀਆ, ਇਹ ਇੰਪੋਰਟੈਂਟ ਹੈ, ਇਹਨੂੰ ਲਿਖ ਕੇ ਆਉਂਗੇ ਤੁਸੀਂ। ਆ ਟਾਈਮਲਾਈਨ ਵੀ ਪੂਰੀ ਡਾਇਸਪੋਰਾ ਵਾਲੇ ਇੱਕ ਕੁਐਸਚਨ 'ਚ ਬਣਾਏ ਆਉਂਗੇ ਨਾ, ਬਹੁਤ ਅੱਛੇ ਮਾਰਕਸ ਮਿਲਣਗੇ। ਕੋਈ ਵੀ ਡਾਇਸਪੋਰਾ ਤੇ ਕੁਐਸਚਨ ਆਵੇ ਤੁਸੀਂ ਇਹ ਟਾਈਮਲਾਈਨ ਬਣਾ ਦੇਣੀ ਹੈ ਬਸ। ਠੀਕ ਹੈ। ਸੈਕਿੰਡ ਵੇਵ ਜਿਹੜੀ ਇੰਡੀਆ ਦੀ ਸ਼ੁਰੂ ਹੋਈ ਆਊਟ ਮਾਈਗ੍ਰੇਸ਼ਨ ਦੀ, ਅਗੇਨ ਕੋਲੋਨੀਅਲ ਰੂਲ ਦੇ ਹੀ ਅੰਡਰ, ਬਟ ਇਸ ਵਾਰ ਜਿਹੜੇ ਇੰਡੀਅਨਸ ਨੇ ਉਹ ਸਿੰਗਾਪੁਰ ਮਲੇਸ਼ੀਆ ਵੱਲ ਜਾ ਰਹੇ ਸੀ, ਸਿੰਗਾਪੁਰ ਮਲੇਸ਼ੀਆ ਦੀ ਪਲਾਂਟੇਸ਼ਨਸ ਵੱਲ ਕੰਮ ਕਰਨ ਲਈ ਜਾ ਰਹੇ ਸੀ। ਠੀਕ ਹੈ। ਇਸ ਤੇ ਵੀ ਆਲਰੇਡੀ UPSC 'ਚ ਕੁਐਸਚਨ ਆ ਚੁੱਕਿਆ ਹੈ। ਇਸ ਤਰਫ ਇੰਡੋ ਚਾਈਨਾ ਇਸ ਰੀਜਨ ਨੂੰ ਕਹਿੰਦੇ ਨੇ। ਇੰਡੋ ਚਾਈਨਾ 'ਚ ਜਿਹੜਾ ਡਾਇਸਪੋਰਾ ਪ੍ਰੈਜ਼ੈਂਟ ਹੈ ਉਹਦੀ ਪ੍ਰੈਜ਼ੈਂਸ ਤੇ ਉਹਦੇ ਰੋਲ ਤੇ ਕੁਐਸਚਨ ਆ ਚੁੱਕਿਆ ਹੈ। ਠੀਕ ਹੈ। ਇਸੇ ਲਈ ਬਹੁਤ ਇੰਪੋਰਟੈਂਟ ਟੌਪਿਕ ਹੈ। ਥਰਡ ਤੇ ਫੋਰਥ ਵੇਵ ਆਪਣੀ ਸ਼ੁਰੂ ਹੋਈ ਬੇਸਿਕਲੀ ਪੋਸਟ ਇੰਡੀਪੈਂਡੈਂਸ ਦੇ ਟਾਈਮ ਤੇ ਤੁਸੀਂ ਕਹਿ ਸਕਦੇ ਹੋ। ਠੀਕ ਹੈ। ਪੋਸਟ ਇੰਡੀਪੈਂਡੈਂਸ ਏਰਾ ਵਿੱਚ ਥਰਡ ਤੇ ਫੋਰਥ ਮਾਈਗ੍ਰੇਸ਼ਨ ਸ਼ੁਰੂ ਹੋਈ। ਇੱਕ ਟਾਈਪ ਦੀ ਮਾਈਗ੍ਰੇਸ਼ਨ ਸੀ IT ਵਰਕਰਸ ਦੀ, ਜਿਨ੍ਹਾਂ ਆਪਣੇ IT ਪ੍ਰੋਫੈਸ਼ਨਲਸ ਨੇ ਉਹ ਵੱਡੀ ਕੰਟਰੀਜ਼ ਲਾਈਕ USA ਵਿੱਚ ਜਾਣਾ ਸ਼ੁਰੂ ਕੀਤੇ ਤੇ ਬਹੁਤ ਅੱਛਾ ਡਾਇਸਪੋਰਾ ਕਨਸਟੀਟਿਊਟ ਕੀਤਾ।
दूसरा अपना टाइप ऑफ ਜਿਹੜਾ ਡਾਇਸਪੋਰਾ ਸੀ ਉਹ ਸੀ ਜਿਹੜੀ ਆ ਗਲਫ ਕੰਟਰੀਜ਼ 'ਚ ਆਇਲ ਐਕਸਟ੍ਰੈਕਸ਼ਨ ਵਗੈਰਾ ਹੋ ਰਹੀ ਸੀ, ਇਹਨਾਂ ਵਿੱਚ ਜਿਹੜਾ ਲੇਬਰ ਜਾ ਰਿਹਾ ਸੀ। ਠੀਕ ਹੈ, ਤਾਂ ਇਹ ਥਰਡ ਤੇ ਫੋਰਥ ਵੇਵ ਜਿਹੜੀ ਹੈ ਕੰਬਾਈਨਡ ਇਸ ਲਈ ਲਿਖ ਰਹੇ हैं ਕਿਉਂਕਿ ਮਤਲਬ ਪੋਸਟ ਇੰਡੀਪੈਂਡੈਂਸ ਤੋਂ ਬਾਅਦ ਵੀ ਤੇ ਉਸ ਤੋਂ ਬਾਅਦ 1999 ਤੋਂ ਬਾਅਦ ਵੀ ਜਿਹੜੀ ਹੈ ਇਹ ਵੇਵ ਵੱਧਦੀ ਗਈ, इसीलिए थर्ड ਤੇ फोर्थ लिख रहे हैं। 1950s ਤੋਂ ਲੈ ਕੇ ਜਿਹੜੀ ਸੀ ਥਰਡ, ਉਸ ਤੋਂ ਬਾਅਦ ਫੋਰਥ ਵੇਵ, ਤੇ ਇਸ 'ਚ ਦੋ ਸੈੱਟ ਆਫ ਮਾਈਗ੍ਰੇਸ਼ਨਸ ਹੋਈਆਂ ਸੀ, ਇੱਕ IT ਪ੍ਰੋਫੈਸ਼ਨਲਸ ਦੀ, ਇੱਕ ਲੇਬਰਸ ਦੀ। ਠੀਕ ਹੈ, ਤਾਂ ਇਹ ਇੰਪੋਰਟੈਂਟ ਟਾਈਮਲਾਈਨ ਹੈ, ਤੁਸੀਂ ਇਹ ਸਾਰੀ ਆਪਦੇ ਐਗਜ਼ਾਮ ਵਿੱਚ ਬਣਾ ਕੇ ਆ ਸਕਦੇ ਹੋ, ਕਾਫੀ ਅੱਛੇ ਮਾਰਕਸ ਤੁਹਾਨੂੰ ਇਹਦੇ ਮਿਲਣਗੇ। ਠੀਕ ਹੈ, ਨੈਕਸਟ ਇੰਪੋਰਟੈਂਟ ਚੀਜ਼ ਗੱਲ ਕਰ ਲੈਂਦੇ ਹਾਂ ਕਲਾਸੀਫਿਕੇਸ਼ਨ। ਤੁਸੀਂ ਬਹੁਤ ਸੁਣਦੇ ਰਹਿੰਦੇ ਹੋਵੋਗੇ NRIs ਹੁੰਦੇ ਆ ਜੀ, PIO ਹੁੰਦੇ ਆ, ਪਰਸਨਸ ਆਫ ਇੰਡੀਅਨ ਓਰੀਜਨ ਜਾਂ ਓਵਰਸੀਜ਼ ਸਿਟੀਜ਼ਨਸ ਆਫ ਇੰਡੀਆ। ਤਾਂ ਬੇਸਿਕਲੀ ਪੂਰੇ ਡਾਇਸਪੋਰਾ ਨੂੰ 3 ਕੈਟਾਗਰੀਜ਼ 'ਚ ਡਿਵਾਈਡ ਕੀਤਾ ਗਿਆ। ਠੀਕ ਹੈ, NRI ਹੁੰਦੇ ਆ, ਇੰਡੀਅਨ ਹੀ ਹੈ ਇਹ ਲੋਕ, ਇਹਨਾਂ ਦੀ ਸਿਟੀਜ਼ਨਸ਼ਿਪ ਇੰਡੀਅਨ ਦੀ ਹੈ, ਬਟ ਇਹ ਬਾਹਰ ਰਹਿ ਰਹੇ ਆ ਕੁਝ ਪਰਪਸਿਸ ਕਰਕੇ, ਜਿਵੇਂ ਸਟੱਡੀ ਲਈ ਹੋ ਸਕਦਾ ਹੈ ਜਾਂ ਕਿਸੇ ਵੀ ਪਰਪਸ ਲਈ, ਬਟ ਇਹ ਹੈ ਇੰਡੀਅਨ ਸਿਟੀਜ਼ਨ ਹੀ, ਇਹਨਾਂ ਨੇ ਸਿਟੀਜ਼ਨਸ਼ਿਪ ਨਹੀਂ ਛੱਡੀ ਹੈ ਇੰਡੀਆ ਦੀ। ਠੀਕ ਹੈ, ਦੂਸਰੇ ਆਹ ਦੋ ਟਾਈਪ ਜਿਹੜੇ ਹੁੰਦੇ ਨੇ ਇਹ ਇੰਡੀਅਨ ਸਿਟੀਜ਼ਨ ਨਹੀਂ ਹੁੰਦੇ, ਇਹ ਫੋਰਨ ਸਿਟੀਜ਼ਨ ਹੈ, ਬਟ ਇਹ ਕਿਵੇਂ ਨਾ ਕਿਵੇਂ ਇੰਡੀਆ ਨਾਲ ਲਿੰਕਡ ਨੇ, ਇਸੇ ਲਈ ਇਹ ਵੀ ਇੰਡੀਅਨ ਡਾਇਸਪੋਰਾ ਦਾ ਪਾਰਟ ਨੇ। ਠੀਕ ਹੈ, ਸੋ ਐਗਜ਼ੈਕਟ ਡਿਟੇਲਸ ਤੁਸੀਂ ਇੱਥੇ ਪੜ੍ਹ ਸਕਦੇ ਹੋ, ਫੈਕਚੁਅਲ ਹੀ ਹੈ, ਇਹ ਤਾਂ ਤੁਹਾਨੂੰ ਯਾਦ ਹੀ ਕਰਨੀ ਪੈਣੀ ਹੈ, ਇਹ ਇੰਪੋਰਟੈਂਟ ਹੈ, ਯਾਦ ਵੀ ਕਰਨੀ ਪੈਣੀ ਹੈ। OCI ਕਿਹਨੂੰ ਕਹਿੰਦੇ ਆ, PIO ਕਿਹਨੂੰ ਕਹਿੰਦੇ ਸੀ। PIO ਜਿਹੜੀ ਕੈਟੇਗਰੀ ਸੀ ਪਹਿਲਾਂ ਹੁੰਦੀ ਸੀ, ਹੁਣ ਇਹ OCI ਵਿੱਚ ਹੀ ਮਰਜ ਕਰ ਦਿੱਤੀ ਗਈ ਹੈ। 2015 ਵਿੱਚ ਇਹਨੂੰ ਅਬੋਲਿਸ਼ ਕਰਕੇ OCI ਵਿੱਚ ਮਰਜ ਕਰਤਾ ਸੀ। ਤਾਂ ਇਹ ਥੋੜੀ ਕੰਡੀਸ਼ਨਸ ਪੜ੍ਹ ਲਿਓ, ਇੰਨਾ ਡਿਫਿਕਲਟ ਨਹੀਂ ਹੈ, ਤੁਹਾਨੂੰ ਸਮਝ ਆ ਜਾਏਗਾ। ਪ੍ਰੀਲਿਮਸ ਵਗੈਰਾ 'ਚ ਕੁਐਸਚਨ ਆ ਸਕਦਾ ਹੈ ਕਿ OCI ਲਈ ਕੀ ਕੰਡੀਸ਼ਨਸ ਨੇ। ਠੀਕ ਹੈ, ਇਸ ਲਈ ਇਹਨੂੰ ਯਾਦ ਕਰ ਲਓ, ਮੇਨਸ ਵਿੱਚ ਜ਼ਿਆਦਾ ਕੰਮ ਨਹੀਂ ਆਣਾ ਹੈ, ਬਸ 3 ਕੈਟਾਗਰੀਜ਼ ਦੇ ਨਾਮ ਜ਼ਰੂਰੀ ਹੈ, ਬਟ ਪ੍ਰੀਲਿਮਸ ਲਈ ਇਹ ਇੰਪੋਰਟੈਂਟ ਹੈ। ਠੀਕ ਹੈ, ਹੁਣ ਆਪਾਂ ਇੰਪੋਰਟੈਂਟ ਡਾਟਾ ਕਰ ਲੈਂਦੇ ਹਾਂ ਜਿਹੜਾ ਕਿ ਤੁਸੀਂ ਆਪਦੇ ਆਨਸਰਸ 'ਚ ਵੀ ਲਿਖਣ ਲਈ ਯੂਜ਼ ਕਰੋਗੇ। ਤਾਂ ਦੇਖੋ, ਅਗਰ ਤੁਸੀਂ ਵਰਲਡ ਮਾਈਗ੍ਰੇਸ਼ਨ ਰਿਪੋਰਟ ਦਾ ਡਾਟਾ ਦੇਖੋ, ਠੀਕ ਹੈ, ਇਹਦਾ ਨਾਮ ਵੀ ਲਿਖ ਕੇ ਆਣਾ ਜਿੱਥੇ ਜਿੱਥੇ ਡਾਟਾ ਲਿਖੋਗੇ। ਇਹ ਵਰਲਡ ਮਾਈਗ੍ਰੇਸ਼ਨ ਰਿਪੋਰਟ ਦੇ ਅਕੋਰਡਿੰਗ ਟੋਟਲ 4.7 ਕਰੋੜ ਇੰਡੀਅਨਸ ਜਿਹੜੇ ਹੈ ਬਾਹਰ ਰਹਿ ਰਹੇ ਨੇ। ਠੀਕ ਹੈ, ਇੰਡੀਅਨ ਡਾਇਸਪੋਰਾ 4.7 ਕਰੋੜ ਲੋਕਾਂ ਦਾ ਹੈ, ਤੇ ਸਭ ਤੋਂ ਜ਼ਿਆਦਾ ਦੇਖੋ USA ਵਿੱਚ ਨੇ, 44 ਲੱਖ ਇੰਡੀਅਨਸ ਆਰ ਇਨ USA। ਉਸ ਤੋਂ ਬਾਅਦ 34 ਲੱਖ ਆਰ ਇਨ UAE। ਠੀਕ ਹੈ, ਆਹ IT ਪ੍ਰੋਫੈਸ਼ਨਲ ਹੋ ਗਏ, ਆ ਮੇਜਰਲੀ ਲੇਬਰ ਵਰਕਰਸ ਹੋਣਗੇ, ਤੇ IT ਪ੍ਰੋਫੈਸ਼ਨਲਸ ਜਾਂ ਹਾਈ ਕੁਆਲਿਟੀ ਜੌਬਸ 'ਚ ਵੀ ਹੁੰਦੇ ਨੇ, ਬਟ ਮੇਜਰਲੀ ਲੇਬਰਰਸ ਹੋਣਗੇ ਇਹ। ਤਾਂ 34 ਲੱਖ ਜਿਹੜੇ ਆ UAE 'ਚ, 26 ਲੱਖ ਤੁਹਾਡੇ ਸਾਊਦੀ ਅਰੇਬੀਆ 'ਚ। ਠੀਕ ਹੈ ਜੀ, ਇਹ ਡਾਟਾ ਲਿਖ ਕੇ ਰੱਖੋ, ਕਾਫੀ ਕੰਮ ਆਏਗਾ, ਅੱਛਾ ਹੈ। ਠੀਕ ਹੈ, ਇਸ ਤਰੀਕੇ ਦੀ ਇੰਡੀਅਨ ਪੋਪੂਲੇਸ਼ਨ ਬਾਹਰ ਰਹਿ ਰਹੀ ਹੈ। ਤਾਂ ਹੁਣ ਨੈਕਸਟ 2 ਆਰਟੀਕਲ, ਮਤਲਬ ਦਾ ਨੈਕਸਟ 2 ਪੁਆਇੰਟਸ ਜਿਹੜੇ ਇਸ ਆਰਟੀਕਲ ਨੇ ਦਿੱਤੇ ਸੀ ਕਿ ਰੋਲ ਕਿਆ ਪਰਫਾਰਮ ਕਰਦਾ ਹੈ, ਐਡਾ ਵੱਡਾ ਤੁਹਾਡਾ ਡਾਇਸਪੋਰਾ ਹੈ, ਇਹ ਤੁਹਾਨੂੰ ਕੀ ਫਾਇਦੇ ਨੇ। ਪਹਿਲੀ ਗੱਲ, ਇਹ ਵਾਪਿਸ ਬਹੁਤ ਸਾਰਾ ਪੈਸਾ ਭੇਜਦੇ ਨੇ, ਜਿਹਨੂੰ ਆਪਾਂ ਰੈਮਿਟੈਂਸਿਸ ਕਹਿੰਦੇ ਨੇ। ਇੰਡੀਆ ਦੇਖੋ ਟੌਪ ਰੈਮਿਟੈਂਸ ਰਿਸੀਵਰ ਹੈ, ਇਹ ਤੁਸੀਂ ਡਾਟਾ ਦੇਖੋ 2020 ਦਾ 83 ਬਿਲੀਅਨ ਡਾਲਰਸ ਤੋਂ ਜ਼ਿਆਦਾ ਦਾ ਰੈਮਿਟੈਂਸ ਇੰਡੀਆ ਨੂੰ ਮਿਲਿਆ ਹੈ ਆਪਦੇ ਡਾਇਸਪੋਰਾ ਤੋਂ। ਰੈਮਿਟੈਂਸ ਮਤਲਬ ਇਹ ਜਿਹੜਾ ਵਾਪਿਸ ਪੈਸਾ ਭੇਜਦੇ ਆ ਆਪਦੀ ਫੈਮਿਲੀ ਨੂੰ, ਆਪਦੀ ਗਵਰਨਮੈਂਟ ਨੂੰ। ਠੀਕ ਹੈ, ਇਹ ਇੰਡੀਆ ਦੀ ਇਕੋਨਮੀ ਨੂੰ ਬਹੁਤ ਸਪੋਰਟ ਕਰਦਾ ਹੈ। ਠੀਕ ਹੈ, ਤੁਸੀਂ ਆ ਪੂਰਾ ਪੁਆਇੰਟ ਪੜ੍ਹਨਾ। ਵਰਲਡ ਬੈਂਕ ਨੇ ਵੀ ਕਿਹਾ ਹੈ ਕਿ ਜਿਹੜਾ ਹਾਊਸ ਹੋਲਡ ਇਨਕਮ ਦਾ ਬਹੁਤ ਇੰਪੋਰਟੈਂਟ ਸੋਰਸ ਹੈ ਰੈਮਿਟੈਂਸਿਸ। ਠੀਕ ਹੈ, ਇसीलिए ਬਹੁਤ ਇੰਪੋਰਟੈਂਟ ਹੈ। ਡਾਇਸਪੋਰਾ ਆਪਣਾ ਕਲਚਰ ਨੂੰ ਸਪਰੈਡ ਕਰਦਾ ਹੈ। ਯੋਗਾ ਇੰਨਾ ਫੇਮਸ ਕਿਵੇਂ ਹੋ ਗਿਆ ਹੈ ਬਾਹਰ, ਬਿਕੋਜ਼ ਇੰਡੀਅਨਸ ਟੁਕ ਅਵਰ ਕਲਚਰਲ ਐਲੀਮੈਂਟ ਐਂਡ ਸਪਰੈਡ ਇਟ ਦੇਅਰ। ਆਯੁਰਵੇਦਾ ਇੰਨਾ ਫੇਮਸ ਕਿਉਂ ਹੈ ਬਾਹਰ, ਠੀਕ ਹੈ, ਕਾਮਾ ਸੂਤਰਾ ਇੰਨੀ ਫੇਮਸ ਕਿਵੇਂ ਹੈ ਬਾਹਰ, ਸਭ ਕੁਛ ਇੰਡੀਆ ਨੇ ਹੀ, ਇੰਡੀਅਨਸ ਨੇ ਜਾ ਕੇ ਹੀ ਬਾਹਰ ਜਿਹੜਾ ਹੈ ਇਹ ਨੌਲੇਜ, ਇਹ ਕਲਚਰ ਜਿਹੜੀ ਹੈ ਸਪਰੈਡ ਕੀਤੀ ਹੈ। ਠੀਕ ਹੈ, ਇਸੇ ਤਰੀਕੇ ਨਾਲ ਇਹ ਲੋਕ ਜਿਹੜੇ ਆ ਪੋਲੀਟੀਕਲੀ ਵੀ ਕਾਫੀ ਐਕਟਿਵ ਹੋ ਰਹੇ ਨੇ, ਸਪੈਸ਼ਲੀ ਅੱਜ ਕੱਲ੍ਹ। ਪਹਿਲਾਂ ਦੇ ਟਾਈਮ 'ਚ ਤਾਂ ਇੰਡੀਅਨ ਡਾਇਸਪੋਰਾ ਇੰਨਾ ਐਕਟਿਵ ਨਹੀਂ ਸੀ, ਬਟ ਹੁਣ ਇਨਕਰੀਜ਼ਿੰਗਲੀ ਇੰਡੀਅਨ ਨੀਡਸ, ਇੰਡੀਅਨ ਡਿਮਾਂਡਸ ਨੂੰ ਇਹ ਜਿਹੜੇ ਹੈ ਬਾਹਰਲੇ ਦੇਸ਼ਾਂ ਵਿੱਚ ਵੋਕਲੀ ਪ੍ਰੈਜ਼ੈਂਟ ਕਰ ਰਹੇ ਨੇ। ਠੀਕ ਹੈ, ਇसीलिए ਇਹ ਬਹੁਤ ਇੰਪੋਰਟੈਂਟ ਨੇ। ਇਹ ਸਾਰੇ ਪੁਆਇੰਟਸ ਲਿਖ ਕੇ ਰੱਖੋ ਜੀ, ਬਹੁਤ ਹੀ ਇੰਪੋਰਟੈਂਟ ਹੈ ਤੁਹਾਡੇ ਐਗਜ਼ਾਮ ਲਈ, ਤੇ ਇਹ ਬਹੁਤ ਹੀ ਰਿਚ ਕੰਟੈਂਟ ਹੈ। ਠੀਕ ਹੈ, ਮਤਲਬ ਮੈਂ ਇੰਫਸਾਈਜ਼ ਨਹੀਂ ਕਰ ਸਕਦੀ ਇਹਦੀ ਇੰਪੋਰਟੈਂਸ, ਤੇ ਤੁਸੀਂ ਆਪਦੇ ਕੋਲ ਇਹ ਸਾਰਾ ਜਿਹੜਾ ਡਾਟਾ ਹੈ ਲਿਖ ਕੇ ਰੱਖੋ।
ਤੇ ਲਾਸਟ ਵਿੱਚ ਸਿਰਫ ਇੱਕ ਪੁਆਇੰਟ ਆਫ ਚੈਲੰਜ ਜਿਹੜਾ ਆਇਆ ਹੈ ਕਿ ਪ੍ਰਵਾਸੀ ਭਾਰਤੀय ਦਿਵਸ ਜਿਹੜਾ ਆਪਾਂ ਬਣਾ ਤਾਂ ਰਹੇ ਹਾਂ ਬਟ ਉਹਦਾ ਇਸ਼ੂ ਕਿਆ ਹੈ, ਉਸ 'ਚ ਦੇਖੋ ਹਾਈ ਕਲਾਸ ਜਿਹੜੇ ਲੋਕ ਨੇ ਉਹੀ ਪਾਰਟਿਸਿਪੇਟ ਕਰ ਸਕਦੇ ਨੇ। ਤੁਸੀਂ ਪ੍ਰਾਈਮ ਮਿਨਿਸਟਰਾਂ ਨੂੰ ਬੁਲਾਉਂਦੇ ਹੋ ਜਿਹੜੇ ਡਾਇਸਪੋਰਾ ਨਾਲ ਬਿਲੋਂਗ ਕਰਦੇ ਨੇ, ਪ੍ਰੈਜ਼ੀਡੈਂਟਸ ਨੂੰ ਬੁਲਾਉਂਦੇ ਹੋ, ਅਮੀਰ ਬਿਜ਼ਨਸਮੈਨ ਨੂੰ ਬੁਲਾਉਂਦੇ ਹੋ, ਪੜ੍ਹੇ ਲਿਖੇ IT ਪ੍ਰੋਫੈਸ਼ਨਲਸ ਨੂੰ ਬੁਲਾਉਂਦੇ ਹੋ, ਪਰ ਵਾਟ ਅਬਾਊਟ ਦ ਲੋ ਸਕਿਲਡ ਲੇਬਰ ਕਲਾਸ? ਇਹ ਕਿਆ ਤੁਹਾਡੇ ਪ੍ਰਵਾਸੀ ਭਾਰਤੀय ਦਿਵਸ ਵਿੱਚ ਪ੍ਰੈਜ਼ੈਂਟ ਹੁੰਦੀ ਹੈ? ਕਿਆ ਇਹਨਾਂ ਲਈ ਆਪਾਂ ਕੁਝ ਸਿਗਨੀਫਿਕੈਂਟ ਕਰ ਪਾ ਰਹੇ ਹਾਂ? ਇਸ ਦਾ ਕੰਸਰਨ ਜਿਹੜਾ ਹੈ ਉਹ ਜਿਤਾਇਆ ਜਾ ਰਿਹਾ ਹੈ। ठीक है, बाकी इंडिया ने जो भी गवर्नमेंट ने स्टैप्स लिते है ये मैंने 7th 9th ਦੀ डिस्कशन ਵਿੱਚ डिस्कस ਕੀਤੇ ਸੀ। E-migrates है ना सिस्टम वगैरह ਤੁਹਾਨੂੰ याद हो, वी स्पीक नाम तो ਮੈਨੂੰ ਲੱਗਦਾ मैंने ਇਹਦਾ ਨਿਮੋਨਿਕ ਵੀ ਦਿੱਤਾ ਸੀ। ਬਾਜਰਾ ਸਕੀਮ है ना, स्कॉलरशिप प्रोग्राम, स्किल डेवलपमेंट ਲਈ E-migrate सिस्टम, स्पीक के ते नो इंडिया प्रोग्राम। देखो ਮੈਨੂੰ ਵੀ याद हो गया। ਇਹ सब ਨਿਮੋਨਿਕਸ ਬਣਾ ਕੇ ਰੱਖੋਗੇ ਤਾਂ ਸਾਰਾ ਡਾਟਾ ਤੁਹਾਨੂੰ याद रहना है। मैंने इंटेंशनली ਇਹਨੂੰ याद नहीं किया, बस मैंने निमोनिक याद सी इसलिए मैंने हजे तक ये डाटा याद है। इस तरीके नाल देखो सारी इन्फॉर्मेशन लिख के रखो, वो पॉइंट्स भी ये स्कीम्स भी डिस्पोरा दे टॉपिक विच ऐड कर लो। ठीक है जी, नैक्सट इंपॉर्टेंट टॉपिक करते हैं कोल्ड वेव इन पंजाब। शीत लहर पंजाब विच चल रही है। जोग्राफी के पोर्शन विच नोट लिखना आ सकता है। एज ए टॉपिक्स से आते रहते हैं क्वेश्चन, शॉर्ट नोट लिखना आ सकता है ਤੁਹਾਨੂੰ। ਤਾਂ कोल्ड वेव क्या होंगी है, ये डेफिनेशन याद करो, अपने इंडियन मैट्रोलॉजिकल डिपार्टमेंट IMD ने ही दी है। कोल्ड वेव ये कह रहा है कि प्लेन्स विच आपां कोल्ड वेव उदों डिक्लेयर करते हैं जिहड़ा टैंपरेचर है अगर 4% तो 4 डिग्री सैल्सीयस तो घट हो जाए, या टैंपरेचर जिहड़ा है वो 10 डिग्री सैल्सीयस तो घट है बट नॉर्मल नालों उस एरिया विच 4 तो लैके 6 डिग्री सैल्सीयस नीचे गिर गया है। ठीक है, बस ये टेक्निकल डेफिनेशन है, याद रखो, और कुछ ज़्यादा दिमाग लगाने की लोड़ नहीं हैगी। ठीक है, रीजनस भी दिते जा रहे हैं कि क्या कारण है। एक तो देखो फॉग बहुत बढ़ गई है, फॉग दे करके जिहड़ी है 3-3 4-4 दिन जिहड़ी फॉग जिहड़ी है कंटीन्यूअसली रह रही है, जिहदे करके सन दी रेज तुहाडे पंजाब विच नहीं आ पा रही ने एंड कॉन्सीक्वेंटली कोल्ड वेव चल रही है। उस तो बाद ठंडियां हवावां, शीत लहर, वैसटरली विंड्स, नॉर्थ वैसटरली विंड्स जिहड़ियां है काफ़ी आ रही ने। ठीक है, उहदे करके भी काफ़ी ठंडा मौसम होया पिया है। ये छोटा जिहा डाटा याद रखो, कोल्ड वेव्स ते नोट बना के इंपॉर्टेंट है। नैक्सट इंपॉर्टेंट आर्टिकल जोशीमठ लैंड सबसिडेंस, बहुत ही इंपॉर्टेंट है। आ तुसी देख रहे हो, मैं तुहानू इनलार्ज करके दिखानी है। जोशीमठ उत्तराखंड विच जगह है जिथे कि देखा गया है कि लैंड जिहड़ी है वो दब गई है, सबसाइड हो गई है तुसी कह सकते हो। तो एवें घरां विच बिल्डिंग्स विच एडे एडे क्रैक्स आ चुके ने। ठीक है, तो इनू बहुत ही कंसर्न नाल देखा जा रहा है। ठीक है, इनू साइलेंट डिजास्टर का नाम भी कहीं तुसी कह सकते हो एक्सपर्ट्स द्वारा दिता जा रहा है। साइलेंट डिजास्टर जेड़े कि बहुत वड्डे शोर गुल नाल नहीं आते, बहुत ज़्यादा डिस्ट्रक्शन में भी इक्को दम नहीं की, बट इन्हां दा लॉन्ग टर्म इंपैक्ट बहुत ज़्यादा है। ठीक है, तो अगे चल के ये बहुत ही हानिकारक प्रूव हो सकते हैं, इसीलिए इन्हों साइलेंट डिजास्टर भी कहा जाता है। ठीक है, हुणे लैंड सबसिडेंस है क्या, देखो तुहाडा नैशनल ओशियानिक एंड एटमोसफेयरिक एडमिनिस्ट्रेशन ने डिफाइन किया है कि सिंकिंग ऑफ ग्राउंड बिकॉज ऑफ अंडरग्राउंड मटीरियल मूवमेंट। देखो समझ लो अज सिचुएशन ये है, ये अंडर कुछ मटीरियल होना है, लैंड एवें ही है। ठीक है, हुण कुछ कारणा करके आ जिहड़ा मटीरियल है ये रिमूव हो जाता है, जिहड़ा आह मटीरियल है वो रिमूव हो गया, तुहाडी लैंड जिहड़ी है वो आए नीचे नू सबसाइड हो जाएगी। ठीक है, तो ये उत्ते जिन्नियां भी बिल्डिंग्स हैं उन्हां ते इंपैक्ट आवेगा कि नहीं। बिल्डिंग्स जिहड़ियां वीक बिल्डिंग्स है वो तो गिर भी सकदियां ने, जिहड़ियां थोड़ी स्ट्रोंग है उन्हां च तुसी इस तरीके दे क्रैक्स वगैरह देख रहे हो, फ्यूचर च ये हानिकारक हो सकदियां ने। ठीक है, दैट इज़ वॉट इज़ हैपनिंग इन जोशीमठ। लैंड जिहड़ी है सबसाइड हो गई है, नीचे नू धस गई है। ठीक है, ना ये रीजनस क्या है सबसिडेंस दे, देखो रीजन काफ़ी सारे हो सकते हैं। मैन मेड रीजनस भी होंगे है, नैचुरल रीजनस भी होंगे है। कंटीन्यूअसली अगर नीचों इरोजन होंदी रहे, पानी दे नाल ये जिहड़े पदार्थ ने, सपोर्टिंग मटीरियल है अगर खत्म होंदा रहे, तां करके ये सब हो सकता है। कंस्ट्रक्शन एक्टिविटी इन्नी ज़्यादा हो रही है पहाड़ी इलाकों विच कि उन्हां दा बेस जिहड़ा है वो हिल जाता है, बेस मटीरियल हिल रहा है, जिहदे करके जिहड़ी
ਸੋਇਲ ਹੈ ਜਾਂ ਜਿਹੜਾ ਲੈਂਡ ਹੈ ਉਹ ਨੀਚੇ ਧੱਸ ਰਹੀ ਹੈ। ਮਾਈਨਿੰਗ ਐਕਟੀਵਿਟੀ ਨਾਲ ਵੀ ਸੇਮ ਇੰਪੈਕਟ। ਪੋਪੂਲੇਸ਼ਨ ਪ੍ਰੈਸ਼ਰ ਜਿਵੇਂ ਜਿਵੇਂ ਵੱਧ ਰਿਹਾ ਹੈ ਉਵੇਂ ਉਵੇਂ ਜਿਹੜੀ ਲੈਂਡ ਹੈ ਉਹ ਨੀਚੇ ਧੱਸ ਜਾਂਦੀ ਹੈ। ਟੂਰਿਜ਼ਮ ਦਾ ਪ੍ਰੈਸ਼ਰ ਇੰਨਾ ਵੱਧ ਗਿਆ ਹੈ, ਇਸ ਪ੍ਰੈਸ਼ਰ ਕਰਕੇ ਵੀ ਲੈਂਡ ਤੇ ਸੋਇਲ ਤੇ ਇੰਪੈਕਟ ਹੋ ਰਿਹਾ ਹੈ। ਤੁਸੀਂ ਐਡੇ ਵੱਡੇ ਵੱਡੇ ਹਾਈਡਰੋ ਪਾਵਰ ਪ੍ਰੋਜੈਕਟਸ ਜਿਨ੍ਹਾਂ ਵਿੱਚ ਬਹੁਤ ਹੀ ਹਿਊਜ ਕੰਸਟਰਕਸ਼ਨ ਐਕਟੀਵਿਟੀ ਰਿਕਵਾਇਰਡ ਹੈ ਉਹਨਾਂ ਕਰਕੇ ਵੀ ਇਹ ਹੋ ਰਿਹਾ ਹੈ। ਡਰੇਨੇਜ ਸਿਸਟਮਸ ਨੂੰ ਤੁਸੀਂ ਸਿਸਟਮੈਟਿਕਲੀ ਫਾਰਮ ਨਹੀਂ ਕਰਨ ਦੇ ਰਹੇ, ਇਹ ਵੀ ਸਿੰਕਿੰਗ ਆਫ ਲੈਂਡ ਨੂੰ ਕੰਟਰੀਬਿਊਟ ਕਰ ਰਿਹਾ। ਠੀਕ ਹੈ ਜੀ। ਬਾਕੀ ਦੇਖੋ ਇਸ 'ਚ ਕਿਹਾ ਗਿਆ ਹੈ ਕਿ ਜੋਸ਼ੀਮਠ ਜਿਹੜਾ ਹੈ ਉਹ ਆਲਰੇਡੀ ਇੱਕ ਸਿਸਮਿਕ ਜ਼ੋਨ ਦੇ ਏਰੀਆ ਵਿੱਚ ਲੋਕੇਟਡ ਹੈ। ਇੱਥੇ ਪੁਰਾਣੇ ਟਾਈਮ ਵਿੱਚ ਇੱਕ ਜਿਓਗ੍ਰਾਫਿਕਲ ਫਾਲਟ ਵੀ ਸੀ। ਠੀਕ ਹੈ, ਫਾਲਟਿੰਗ ਫੋਲਡਿੰਗ ਤੁਸੀਂ ਜਿਓਗ੍ਰਾਫੀ 'ਚ ਪੜ੍ਹੀ ਹੋਊਗੀ, ਜ਼ਿਆਦਾ ਡਿਟੇਲ ਦੇਖੋ ਮੈਂ ਜਿਓਗ੍ਰਾਫੀ ਦੀ ਨਹੀਂ ਕਰਾਉਂਗੀ, ਤੁਸੀਂ ਆਪਦੇ ਜਿਓਗ੍ਰਾਫੀ ਦੇ ਟੀਚਰ ਨਾਲ ਕੰਸਲਟ ਕਰ ਸਕਦੇ ਹੋ। ਬਸ ਇਹ ਰੀਜ਼ਨਸ ਯਾਦ ਕਰਨ ਦੀ ਕੋਸ਼ਿਸ਼ ਕਰੋ, ਆ ਕੀਵਰਡਸ ਜਿਹੜੇ ਮੈਂ ਲਿਖਤੇ ਇਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ, ਬਸ ਆਨਸਰ ਵਿੱਚ ਤੁਸੀਂ ਇਹ ਪ੍ਰੈਜ਼ੈਂਟ ਕਰ ਆਣੇ ਆ। ਠੀਕ ਹੈ, ਇਹਨਾਂ ਸਭ ਕਾਰਨਾਂ ਕਰਕੇ ਤੁਹਾਡੀ ਇਹ ਜੋਸ਼ੀਮਠ ਵਾਲੀ ਸਿਚੁਏਸ਼ਨ ਜਾਂ ਤੁਸੀਂ ਕਹਿ ਸਕਦੇ ਹੋ ਲੈਂਡ ਦੀ ਸਬਸਿਡੈਂਟ ਹੋ ਰਹੀ ਹੈ। ਕੁਐਸਚਨ ਇਹ ਤੇ ਹੀ ਆਊਗਾ, ਆਪਾਂ ਇਸ ਤੇ ਹੀ ਆਨਸਰ ਲਿਖਣਾ ਹੈ। ਅੱਗੇ ਚੱਲ ਕੇ ਤੁਹਾਨੂੰ ਪੁੱਛਿਆ ਵੀ ਜਾ ਸਕਦਾ ਕਿ ਵੇ ਫਾਰਵਰਡ ਕਿਆ ਹੋ ਸਕਦਾ ਹੈ ਜੀ ਐਕਟੀਵਿਟੀਜ਼ ਨੂੰ ਰੋਕਣ ਲਈ। ਤਾਂ ਇਹੀ ਹੈ ਕਿ ਕੰਸਟਰਕਸ਼ਨ ਐਕਟੀਵਿਟੀ ਨੂੰ ਕੰਟਰੋਲ ਕਰੀਏ, ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਕਰੀਏ, ਹੈ ਨਾ, ਹਰ ਪ੍ਰੋਜੈਕਟ ਦੇ। ਟੂਰਿਜ਼ਮ ਨੂੰ ਕੰਟਰੋਲ ਕਰੀਏ, ਈਕੋ ਟੂਰਿਜ਼ਮ ਤੇ ਫੋਕਸ ਕਰੀਏ। ਟੂਰਿਜ਼ਮ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਨਹੀਂ ਹੋਣਾ ਚਾਹੀਦਾ, ਲਿਮਿਟਿਡ ਨੰਬਰ ਆਫ ਟੂਰਿਸਟ ਅਲਾਉਡ ਹੋਣੇ ਚਾਹੀਦੇ ਹੈ ਨਾ। ਇਹ ਸਭ ਆਪਾਂ ਮੈਥਡਸ ਜਿਹੜੇ ਹੈ ਵੇ ਫਾਰਵਰਡ ਵਿੱਚ ਲਿਖ ਸਕਦੇ ਹਾਂ। ਠੀਕ ਹੈ, ਨੈਕਸਟ ਇੰਪੋਰਟੈਂਟ ਆਰਟੀਕਲ, ਇੰਡੀਆ ਕੈਰੀਜ਼ ਆਊਟ ਸਕਸੈਸਫੁਲ ਟੈਸਟ ਲਾਂਚ ਆਫ ਪ੍ਰਿਥਵੀ 2। ਪ੍ਰਿਥਵੀ 2 ਤੁਹਾਡੀ ਮਿਸਾਈਲ ਜਿਹੜੀ ਹੈ ਲਾਂਚ ਹੋ ਗਈ ਹੈ, ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ। ਮੈਂ ਅਗਨੀ ਮਿਸਾਈਲ ਤੇ ਵੀ ਆਲਰੇਡੀ ਕਾਫੀ ਸਾਰਾ ਡਿਸਕਸ਼ਨ ਕਰ ਚੁੱਕੀ ਹਾਂ 16 ਦਸੰਬਰ ਦੀ ਵੀਡੀਓ 'ਚ, ਤੁਸੀਂ ਉਹ ਵੀ ਦੇਖ ਸਕਦੇ ਹੋ, ਮੈਂ ਲਿੰਕ ਕਰ ਦੂੰਗੀ ਇੱਥੇ। ਪ੍ਰਿਥਵੀਜ਼ ਮਿਸਾਈਲ ਸਿਸਟਮ ਬਾਰੇ ਪੜ੍ਹ ਲੀजिए। ਦੇਖੋ ਸ਼ਾਰਟ ਰੇਂਜ ਮਿਸਾइल है। ਸ਼ਾਰਟ ਰੇਂਜ ਦਾ क्या मतलब है? देखो ਤੁਹਾਡੀ ਜਿੰਨੀਆਂ ਵੀ ਮਿਸਾਈਲਸ हैं ਉਹ ਇਹ 4 ਪ੍ਰਕਾਰ ਦੀਆਂ ਹੋ ਸਕਦੀਆਂ ਨੇ। ਸ਼ਾਰਟ ਰੇਂਜ मतलब 300 ਕਿਲੋਮੀਟਰ ਤੋਂ ਲੈ ਕੇ 1000 ਕਿਲੋਮੀਟਰ ਤੱਕ ਦੇ ਟਾਰਗੇਟ ਨੂੰ ਉਹ ਟਾਰਗੇਟ ਕਰਦੀਆਂ ਨੇ। ਇਸ ਵਿੱਚ ਕੋਈ ਤੁਹਾਡਾ ਦੁਸ਼ਮਣ ਹੈ, ਦੁਸ਼ਮਣ ਮਿਸਾਈਲ ਹੈ, ਉਹਨੂੰ ਉਹ ਟਾਰਗੇਟ ਕਰਨਗੀਆਂ। ਇਹ ਹੈ ਸ਼ਾਰਟ ਰੇਂਜ ਮਿਸਾਈਲ। ਠੀਕ ਹੈ, 1000 ਕਿਲੋਮੀਟਰ ਤੋਂ ਲੈ ਕੇ 3500 ਕਿਲੋਮੀਟਰ ਤੱਕ ਅਗਰ ਕੋਈ ਮਿਸਾਈਲ ਟਾਰਗੇਟ ਕਰ ਪਾ ਰਹੀ ਹੈ ਉਹਨੂੰ ਮੀਡੀਅਮ ਰੇਂਜ ਕਵਾਂਗੇ। 3500 ਤੋਂ 5500 ਤੱਕ ਅਗਰ ਕੋਈ ਜਾਊਗੀ ਤਾਂ ਉਹਨੂੰ ਲੌਂਗ ਰੇਂਜ ਮਿਸਾਈਲ ਕਵਾਂਗੇ। ਤੇ ਅਗਰ ਕੋਈ 5000 ਕਿਲੋਮੀਟਰ ਤੋਂ ਵੀ ਉੱਤੇ ਜਾ ਰਹੀ ਹੈ ਤਾਂ ਉਹ ਇੰਟਰਕੌਂਟੀਨੈਂਟਲ ਬਲਾਸਟਿਕ ਮਿਸਾਈਲ ਕਹਿਲਾਊਗੀ। ਠੀਕ ਹੈ, ਤਾਂ ਜਿੰਨਾ ਡਿਸਟੈਂਸ ਇਹ ਟਰੈਵਲ ਕਰਦੀਆਂ ਉਹਦੇ ਬੇਸਿਸ ਤੇ ਇਹ 4 ਕੈਟਾਗਰੀਜ਼ ਹੈ ਮਿਸਾਈਲ ਦੀਆਂ। ਠੀਕ ਹੈ, ਨਾਓ ਇਹ ਜਿਹੜੀ ਤੁਹਾਡੀ ਪ੍ਰਿਥਵੀ ਹੈ ਇਹ ਸ਼ਾਰਟ ਰੇਂਜ ਮਿਸਾਈਲ ਹੈ, ਮਤਲਬ ਲਾ ਲਓ 300 ਤੋਂ 1000 ਕਿਲੋਮੀਟਰ ਤੋਂ ਵੱਧ ਇਹਦੀ ਰੇਂਜ ਨਹੀਂ ਹੋਣੀ ਹੈ, ਇਹਦੇ ਵਿੱਚ ਹੀ ਜਾਂ ਇਹ ਤੋਂ ਘੱਟ ਹੀ ਰੇਂਜ ਹੋਣੀ ਹੈ। ठीक है, दूसरा है सरफेस टू सरफेस मिसाइल है। सरफेस तो लॉन्च होगी, सरफेस के किसी ही टारगेट नू अटैक करूगी, एयर विच अटैक नहीं करूगी, यह सरफेस के किसी टारगेट नू अटैक करूगी पृथ्वी वाली। ठीक है, बाकी ये बिलास्टिक मिसाइल है। हुण बिलास्टिक ਇਹਦਾ भी कंसैप्ट समझो कि आ बिलास्टिक मिसाइल की हुंदी है। देखो बिलास्टिक मिसाइल ਜਿਹੜੀ ਹੁੰਦੀ ਹੈ ਨਾ ਉਹ ਇੱਕ ट्रैजेक्टरी फॉलो करती है। ਤੁਸੀਂ ਪ੍ਰੋਜੈਕਟਰ ਮੋਸ਼ਨ ਬੜਾ ਪੜਿਆ ਹੋਣਾ ਫਿਜ਼ਿਕਸ 'ਚ ਆਪਦੀ 12ਵੀਂ ਵਿੱਚ, ਤਾਂ ਇਹ ਪੂਰੀ ਟ੍ਰੈਜੈਕਟਰੀ ਫੋਲੋ ਕਰੂਗੀ। ਜਦ ਕਿ ਦੂਸਰੇ ਟਾਈਪ ਦੀ ਮਿਸਾਈਲ ਹੁੰਦੀ ਹੈ ਕਰੂਜ਼ ਮਿਸਾਈਲ, ਇਹ ਇਹੋ ਜਿਹਾ ਟ੍ਰੈਜੈਕਟਰੀ ਨਹੀਂ ਫੋਲੋ ਕਰਦੀ, ਇਹ ਐਂ ਸਟ੍ਰੇਟ ਮੋਸ਼ਨ ਤੁਸੀਂ ਕਹਿ ਸਕਦੇ ਹੋ ਕੰਡਕਟ ਕਰਦੀ ਹੈ। ਇਟ ਵਿਲ ਨਾਟ ਫੋਲੋ ਸੱਚ ਕਾਈਂਡ ਆਫ ਪ੍ਰੋਜੈਕਟਾਈਲ ਮੂਵਮੈਂਟ। ਜਿੱਥੇ ਪ੍ਰੋਜੈਕਟਾਈਲ ਮੂਵਮੈਂਟ ਹੁੰਦਾ ਉਹ ਹੋਗੀ ਬਲਾਸਟਿਕ, ਜਿੱਥੇ ਸਟ੍ਰੇਟ ਮੂਵਮੈਂਟ ਕਾਈਂਡ ਆਫ ਹੈ ਇਹ ਹੈ ਕਰੂਜ਼ ਮਿਸਾਈਲ ਤੁਹਾਡੀ। ਇਹ ਡਿਫਰੈਂਸ ਹੈ। ठीक है, मैंने बेसिक समझाते ਤੁਹਾਨੂੰ ਹੁਣ ਕਦੀ ਡਾਊਟ ਨਹੀਂ ਹੋਣਾ ਕਿ ਕਦੀ ਕੋਈ ਬਲਾਸਟਿਕ ਆ ਜਾਂਦੀ ਹੈ ਜੀ, ਕੋਈ ਕਰੂਜ਼ ਆ ਜਾਂਦੀ ਹੈ, ਕਈ ਸ਼ਾਰਟ ਰੇਂਜ, ਕੋਈ ਕੁਛ, है ना। ये कैटेगराइजेशंस याद रखो, लॉन्ग रेंज शॉर्ट रेंज क्या है, बलास्टिक क्या है, क्रूज क्या है। ठीक है, तो फिर आप पृथ्वी अपनी बलास्टिक मिसाइल है। ठीक है, DRDO ने बनाई है, इंडिजिनसली डेवलप है। ये 3 वेरिएंट्स ने, पृथ्वी 1, 2, 3 डिपेंडिंग ऑन दी रेंज। पृथ्वी 1 दी है 150। ठीक है, 100 तो तुसी याद रख सकते हो, 2 250, 3 350, ये इन्हां दी मैक्सिमम रेंज दसी हुई है। ठीक है, ये 3 वेरिएंट्स ने। उस तो बाद एक होर वेरिएंट है, वो हैगा धनुष। धनुष एक होर वेरिएंट है, बेसिकली सेम पृथ्वी 3 का वेरिएंट है, बट ये शिप ते यूज़ होगा।
ਇੰਡੀਅਨ ਜਿਹੜੀਆਂ ਸ਼ਿਪਸ ਹੈ ਉਹ 'ਤੇ ਵੀ ਕਾਫੀ ਸਾਰੀ ਵਿਪਨਰੀ ਹੁੰਦੀ ਹੈ, ਉੱਥੇ ਜਿਹੜਾ ਪ੍ਰਿਥਵੀ ਦਾ ਵੇਰੀਐਂਟ ਲਾਂਚ ਕੀਤਾ ਗਿਆ ਹੈ ਉਹਦਾ ਨਾਮ ਹੈ ਧਨੁਸ਼। ਠੀਕ ਹੈ, ਸ਼ਿਪਸ ਲਈ ਕੁਝ ਸਪੈਸ਼ਲ ਰਿਕੁਆਇਰਮੈਂਟਸ ਹੋਣਗੀਆਂ ਨਾ, ਉਹ ਐਡ ਕਰਤੀਆਂ ਹੋਣੀਆਂ ਇਸ ਪ੍ਰਿਥਵੀ 3 ਮਿਸਾਈਲ ਵਿੱਚ ਟੂ ਮੇਕ ਇਟ ਧਨੁਸ਼। ਠੀਕ ਹੈ ਜੀ, ਇਹ ਯਾਦ ਰੱਖਣਾ ਹੈ। ਇਹ ਸਭ ਜਿਹੜੇ ਤੁਹਾਡੀ ਪ੍ਰਿਥਵੀ ਮਿਸਾਈਲ ਬਣ ਰਹੀ ਹੈ ਇਹ ਤੁਹਾਡੇ ਇੰਪੋਰਟੈਂਟ ਮਿਸਾਈਲ ਪ੍ਰੋਗਰਾਮ that is integrated guided missile development program ਦਾ ਪਾਰਟ ਹੈ। ਇਹ ਦੇਖੋ 1980s ਵਿੱਚ ਆਪਣੇ APJ ਅਬਦੁਲ ਕਲਾਮ ਨੇ ਲਾਂਚ ਕੀਤਾ ਸੀ ਇੰਡੀਆ ਦੀ ਸਿਕਿਉਰਿਟੀ ਲਈ ਇਹ ਇੰਪੋਰਟੈਂਟ ਪ੍ਰੋਗਰਾਮ, ਜਿਹਦੇ ਅੰਡਰ ਇਹ 5 ਮਿਸਾਈਲਸ ਡਿਵੈਲਪ ਕਰਨ ਦਾ ਟਾਰਗੇਟ ਸੀ। ਠੀਕ ਹੈ, ਇਹਨੂੰ ਤੁਸੀਂ ਪਟਨਾ ਐਕਰੋਨੀਅਮ ਤੋਂ ਯਾਦ ਰੱਖ ਸਕਦੇ ਹੋ। P ਮੀਨਸ ਪ੍ਰਿਥਵੀ, A ਮੀਨਸ ਅਗਨੀ, ਤ੍ਰਿਸ਼ੂਲ, ਨਾਗ ਤੇ ਅਗਨੀ ਜਾਂ ਆਕਾਸ਼। ਠੀਕ ਹੈ, ਇਹ 5 ਮਿਸਾਈਲ ਸਿਸਟਮਸ ਇਸ ਪ੍ਰੋਗਰਾਮ ਦੇ ਅੰਡਰ ਬਣ ਰਹੇ ਹੈ। ਇਹ ਤੇ MCQ ਬਣ ਸਕਦਾ ਹੈ, ਤਾਂ ਇਹਨੂੰ ਵੀ ਯਾਦ ਕਰਨ ਦੀ ਕੋਸ਼ਿਸ਼ ਕਰੋ। ਠੀਕ ਹੈ ਜੀ, ਇਹ ਬਹੁਤ ਇੰਪੋਰਟੈਂਟ ਜਿਹੜੀ ਹੈ ਟੌਪਿਕ ਮੈਂ ਤੁਹਾਡੇ ਨਾਲ ਡਿਟੇਲ ਵਿੱਚ ਡਿਸਕਸ ਕੀਤਾ ਹੈ, ਸਾਰੇ ਪਾਰਟ ਸਮਝਾ ਦਿੱਤੇ ਹੈ। ਅਗਰ ਤੁਹਾਨੂੰ ਹਜੇ ਵੀ ਕੋਈ ਡਾਊਟ ਰਹਿ ਗਿਆ ਤਾਂ ਤੁਸੀਂ ਕਮੈਂਟਸ 'ਚ ਪੋਸਟ ਕਰਿਓ, ਮੈਂ ਫਿਰ ਤੁਹਾਨੂੰ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕਰੂੰਗੀ। ਜਿਵੇਂ ਤੁਹਾਡੀ ਨੀਡਸ ਹੋਣਗੀਆਂ ਉਵੇਂ ਮੈਂ ਤੁਹਾਨੂੰ ਪੜ੍ਹਾਉਂਦੀ ਰਹੂੰਗੀ, ਤੁਸੀਂ ਸਿਰਫ ਕਮਿਊਨੀਕੇਟ ਕਰਦੇ ਰਹੋ ਥਰੂ ਕਮੈਂਟਸ, ਥਰੂ ਪਰਸਨਲ ਮੈਸੇਜ, ਤੁਸੀਂ ਮੈਨੂੰ ਕਿਵੇਂ ਵੀ ਇੰਟਰੈਕਟ ਕਰ ਸਕਦੇ ਹੋ। ਠੀਕ ਹੈ ਜੀ, ਲਾਸਟ ਟੌਪਿਕ ਮਾਘੀ ਮੇਲਾ। ਸਪੈਸ਼ਲ ਟ੍ਰੇਨ ਬਠਿੰਡਾ ਤੋਂ ਚਲਾਈ ਗਈ ਹੈ, ਬਠਿੰਡਾ ਫਾਜ਼ਿਲਕਾ, ਤਾਂ ਕਿ ਮੁਕਤਸਰ ਸਾਹਿਬ, ਸ਼੍ਰੀ ਮੁਕਤਸਰ ਸਾਹਿਬ ਜਿੱਥੇ ਮਾਘੀ ਮੇਲਾ ਹੋ ਰਿਹਾ ਹੈ ਉੱਥੇ ਤੱਕ ਲੋਕਾਂ ਨੂੰ ਪਹੁੰਚਾਇਆ ਜਾ ਸਕੇ। ਠੀਕ ਹੈ, ਇਹਦੀ ਸਾਰੀ ਹਿਸਟਰੀ ਮੈਂ 31 ਦਸੰਬਰ ਦੀ ਡਿਸਕਸ਼ਨ 'ਚ ਡਿਸਕਸ ਕਰ ਚੁੱਕੀ ਹਾਂ। ਮੈਂ ਇੱਥੇ ਲਿੰਕ ਪੋਸਟ ਕਰ ਦੂੰਗੀ, ਐਡ ਕਰ ਦੂੰਗੀ ਵੀਡੀਓ ਦੀ ਡਿਸਕ੍ਰਿਪਸ਼ਨ 'ਚ, ਤਾਂ ਤੁਸੀਂ ਉੱਥੇ ਜਾ ਕੇ ਇਹਨੂੰ ਚੈੱਕ ਕਰ ਲਿਓ। ਠੀਕ ਹੈ ਜੀ, ਦੈਟ ਇਜ਼ ਆਲ ਅਬਾਊਟ ਟੂਡੇਜ਼ ਡਿਸਕਸ਼ਨ। ਪਲੀਜ਼ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ ਚੈਨਲ ਨੂੰ ਸ਼ੇਅਰ ਕਰੋ। ਥੈਂਕ ਯੂ ਸੋ ਮਚ।